So we are live on Zoom now. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਮੈਂ ਜੀ ਆਇਆਂ ਆਖਦਾ। ਤੇ ਜਿਸ ਤਰ੍ਹਾਂ ਅਸੀਂ ਹਰ ਹਫਤੇ ਜਿਹੜੀ ਸਾਡੀ ਗੁਰਬਾਣੀ ਦੀ ਵਿਚਾਰ ਦੀ ਕਲਾਸ ਹੁੰਦੀ ਹੈ, ਅੱਜ ਅਸੀਂ ਫਿਰ ਆਪ ਜੀ ਨਾਲ ਇੱਕ ਨਵਾਂ ਟੌਪਿਕ ਲੈ ਕੇ ਆਏ ਹਾਂ। ਲਾਸਟ 2 ਵੀਕਸ ਤੋਂ ਵੀਰ ਜੀ ਨੇ ਸਾਡੇ ਨਾਲ ਰੀਅਲ ਮੈਡੀਟੇਸ਼ਨ ਬਾਰੇ ਬੜੀ ਖੂਬਸੂਰਤੀ ਨਾਲ ਔਰ ਬੜੇ ਸੌਖੇ ਢੰਗ ਨਾਲ ਸਾਨੂੰ ਸਮਝਾਇਆ ਸੀਗਾ ਕਿ ਰੀਅਲ ਮੈਡੀਟੇਸ਼ਨ ਕੀ ਹੈਗਾ, ਜਿਹਦੇ ਵਿੱਚ ਪਹਿਲੇ ਪ੍ਰੋਗਰਾਮ ਵਿੱਚ ਵੀਰ ਜੀ ਨੇ ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ਸ਼ਬਦ ਲਿਆ ਸੀ, ਉਹਦੀ ਵਿਚਾਰ ਕੀਤੀ ਸੀਗੀ ਕਿ ਅਸੀਂ ਪਤਿਤ ਤੋਂ ਪਾਵਨ ਕਿਵੇਂ ਹੋਣਾ ਹੈਗਾ। ਉਸ ਤੋਂ ਬਾਅਦ ਅਸੀਂ ਨੈਕਸਟ ਟੌਪਿਕ ਲਿਆ ਸੀਗਾ ਜਿਹੜਾ ਪਾਰਟ 2 ਸੀਗਾ ਰੀਅਲ ਮੈਡੀਟੇਸ਼ਨ ਦਾ। ਉਹਦੇ ਵਿੱਚ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇ ਇਸਕਾ ਵਿਸ਼ਰਾਮ, ਇਹਦੇ ਬਾਰੇ ਵੀਰ ਜੀ ਨੇ ਬੜੀ ਖੂਬਸੂਰਤੀ ਨਾਲ ਐਕਸਪਲੇਨ ਕੀਤਾ ਸੀਗਾ ਕਿ ਅਸੀਂ ਉਸ ਨਾਮ ਨੂੰ ਕਿਵੇਂ ਜੀ ਸਕਦੇ ਹਾਂ, ਉਸ ਕੁਆਲਿਟੀਜ਼ ਨੂੰ, ਉਸ ਟਰੂਥਫੁਲ ਲਿਵਿੰਗ ਵਾਸਤੇ ਆਪਣਾ ਇੱਕ ਐਟੀਟਿਊਡ ਕਿਵੇਂ ਬਣਾ ਸਕਦੇ ਹਾਂ। ਉਹਦੇ ਬਾਰੇ ਵੀਰ ਜੀ ਨੇ ਸਾਨੂੰ ਬੜੀ ਇਲੈਬੋਰੇਸ਼ਨ ਵਿੱਚ ਬੜੀ ਸਿੰਪਲ ਢੰਗ ਵਿੱਚ ਐਕਸਪਲੇਨ ਕੀਤਾ ਸੀਗਾ। ਤੇ ਅੱਜ ਅਸੀਂ ਸ਼ਬਦ ਲੈ ਰਹੇ ਹਾਂ ਜਿਹੜਾ ਹੁਣੇ ਤੁਸੀਂ ਸ਼ਬਦ ਦੀ ਸਿੰਗਿੰਗ ਵੀ ਸੁਣੀ ਹੈ। ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸੋਦ ਜਿਸੈ ਦਹੀ ਭਾਤ ਖਾਹੀ। ਹੁਣ ਮੈਂ ਵੀਰ ਜੀ ਨੂੰ ਰਿਕੁਐਸਟ ਕਰਾਂਗਾ ਪਲੀਜ਼ ਸਾਡੇ ਨਾਲ ਇਸ ਬਾਰੇ ਸਾਂਝ ਪਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, अस्सलाम वालेकुम, गुड इवनिंग। जुझार जी थैंक यू। आज का टॉपिक साढ़े वास्ते सारे वास्ते बड़ा कीमती टॉपिक है। यह हैंड रेज कोई कर रहा है? आईफोन कोई? अच्छा जी, हाँ जी। जोगी जी तुझे कुछ कहना चाह रहे बिफोर वी स्टार्ट? हाँ जी सॉरी, पहले बहुत बहुत सब बधाइयां होन ਭੁਪਿੰਦਰ ਨਾਲ ਸਭ ਨੂੰ। ਪਰ ਪਾਸਵਰਡ ਨਾਲ ਨਹੀਂ ਜਾਂ ਦੂਜੇ ਫੋਨ ਤੇ ਟਰਾਈ ਕਰ ਰਹੇ ਆ, ਮੈਂ ਦੁਬਾਰਾ ਨਹੀਂ। ਪਾਸਵਰਡ ਐਕਚੁਅਲੀ ਨਾ ਅਸੀਂ ਵਿਜ਼ਡਮ ਰੱਖਿਆ, W ਇਜ਼ ਕੈਪੀਟਲ ਵਿਜ਼ਡਮ। ਵੀ ਹੈਵ ਚੇਂਜ ਇਟ ਬਿਕਾਜ਼ ਨਾ ਕਈ ਵਾਰੀ ਕੀ ਹੁੰਦਾ ਹੈ ਟੈਕਨੀਕਲ ਰੀਜ਼ਨਸ ਕਰਕੇ 1 2 3 4 ਨੂੰ ਅਸੀਂ ਚਲੋ ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ, ਸੌਰੀ ਫॉर द ਇੰਗਲਿਸ਼। ਨਹੀਂ ਕੋਈ ਗੱਲ ਨਹੀਂ, ਥੈਂਕ ਯੂ ਜੀ, ਪਲੀਜ਼ ਕੰਟੀਨਿਊ। ਥੈਂਕ ਯੂ ਜੀ। हाँ जी जुझार जी जी जी। सारी जितनी भी साड़ी ऑडियंस विच हाज़री है, सारिਆਂ ਨੂੰ बहुत बहुत धन्यवाद। इस वक्त ਅਸੀਂ जो ਸਾਂਝ ਕਰ ਰਹੇ ਹਾਂ ਉਹਦੇ ਸ਼ੇਅਰਿੰਗ ਕਰਾਂਗੇ। ਤੇ ਪਿਛਲੇ 2 ਹਫ਼ਤਿਆਂ ਤੋਂ ਸਾਡਾ ਟੌਪਿਕ ਚੱਲ ਰਿਹਾ ਨਾਮ ਸਿਮਰਨ, ਫਿਰ ਮੈਡੀਟੇਸ਼ਨ ਕਿਸ ਨੂੰ ਕਹਿੰਦੇ ਨੇ, ਫਿਰ ਇੱਕ ਸੋ ਕਾਲਡ ਮੈਡੀਟੇਸ਼ਨ ਜਿਹਨੂੰ ਅਸੀਂ ਦੁਨੀਆ ਵਾਲੇ ਲੋਕ ਸਮਾਧੀ ਸਮਝਦੇ ਹਾਂ, ਪਰ ਉਹ ਸਮਾਧੀ 24 ਆਵਰਸ ਕਿਵੇਂ ਹੋ ਸਕਦੀ ਹੈ, ਅਸੀਂ ਪਿਛਲੇ ਹਫ਼ਤੇ ਤੱਕ ਇਹ ਸਮਝਿਆ ਸੀ। ਤੋ ਅੱਜ ਦਾ ਟੌਪਿਕ ਜਿਹੜਾ ਹੈ, ਅਸੀਂ ਉਹ ਜਿਹੜਾ ਗੁਰੂ ਦੀ ਮੱਤ ਪ੍ਰਾਪਤ ਕਰਨ ਤੋਂ ਬਾਅਦ ਜੋ ਅੰਦਰੋਂ ਵਾਹ ਨਿਕਲਦਾ ਹੈ ਨਾ, ਵਾਹ, ਵੰਡਰ ਆਫ ਗੋਡ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ ਜਿਹੜਾ ਔ ਹੈ ਨਾ, ਔ, ਉਸ ਵਿਸਮਾਦ, ਉਸ ਖੇੜੇ, ਉਸ ਆਨੰਦ ਦੀ ਅਵਸਥਾ, ਅਸੀਂ ਉਹਦੇ ਬਾਰੇ ਇਹ ਵਾਲਾ ਸ਼ਬਦ ਅੱਜ ਸਮਝਾਂਗੇ। ਕਈ ਲੋਕ ਸਮਝਦੇ ਹਨ ਕਿ ਇਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਅਸੀਂ ਇਸ ਨੂੰ ਰਿਪੀਟ ਕਰਨਾ ਹੈ, ਇਹ ਉਹਨਾਂ ਦੀ ਆਪਣੀ ਖੁਸ਼ੀ ਹੈ, ਪਰ ਅਸੀਂ ਇਸ ਦੇ ਗੁਰਮਤ ਦੇ ਕਨਸੈਪਟ ਨੂੰ ਸਮਝ ਰਹੇ ਹਾਂ। ਸੋ ਇਹ ਸ਼ਬਦ, ਇਹ ਜਿਹੜਾ ਲਫ਼ਜ਼ ਹੈ, ਸੀਨੇ ਬਸੀਨੇ ਉਚਾਰਦੇ ਸਾਡੀ ਜ਼ੁਬਾਨ ਤੇ ਇਸ ਤਰ੍ਹਾਂ ਚੜ੍ਹ ਗਿਆ ਹੈ ਕਿ ਅਸੀਂ ਇਸ ਨੂੰ ਵਾਹ ਹੀ ਗੁਰੂ ਬੋਲਦੇ ਹਾਂ। ਇਹ ਸਾਡੀ ਆਦਤ ਬਣ ਗਈ ਹੈ, ਪਰ ਇਹਦਾ ਜੇ ਅਸੀਂ ਸ਼ੁੱਧ ਉਚਾਰਨ ਕਰੀਏ, ਵਾਹ ਗੁਰੂ, ਯੂ ਆਰ ਗ੍ਰੇਟ, ਤਾਂ ਇਹ ਵਾਹ ਜਦੋਂ ਅਸੀਂ ਮਹਿਸੂਸ ਕਰਾਂਗੇ ਤਾਂ ਹੀ ਕਹਿ ਸਕਦੇ ਹਾਂ ਨਾ। ਜਾਂ ਕਈ ਇੰਝ ਵੀ ਸੋਚਦੇ ਨੇ ਕਿ ਜੇ ਅਸੀਂ ਗੁਰੂ ਨੂੰ ਵਾਹ ਵਾਹ ਕਰਦੇ ਰਹੀਏ ਤਾਂ ਫਿਰ ਸਾਨੂੰ ਗੁਰੂ ਦੀ ਮੱਤ ਪ੍ਰਾਪਤ ਹੋ ਜਾਏਗੀ।
ਅਲਟੀਮੇਟਲੀ ਤੇ ਅਸੀਂ ਗੁਰੂ ਨੂੰ ਵਾਹ ਕਿਉਂ ਕਹਿੰਦੇ ਹਾਂ, ਕਿਉਂ ਕਹਿਣਾ ਚਾਹੀਦਾ ਹੈ, ਕਿਉਂ ਵਿਸਮਾਦ ਵਿੱਚ ਸਾਡੇ ਕੋਲੋਂ ਵਾਹ ਨਿਕਲ ਜਾਂਦਾ। ਅਸੀਂ ਦੁਨੀਆ ਭਰ ਦੀਆਂ ਬੜੀਆਂ ਹੀ ਮਿਸਾਲਾਂ ਦੇਖਦੇ ਹਾਂ ਆਪਣੇ ਜੀਵਨ ਵਿੱਚ ਕਿ ਜਦੋਂ ਅਸੀਂ ਵਿਸਮਾਦਤ ਹੁੰਦੇ ਹਾਂ ਉਸ ਵੇਲੇ ਅਸੀਂ ਬਿਲਕੁਲ ਆਊਟ ਆਫ ਆਲ ਬਾਉਂਡਰੀਜ਼ ਹੁੰਦੇ ਹਾਂ ਔਰ ਸਾਡੀ ਸਮਝ ਤੋਂ ਬੜਾ ਹੀ ਕੁਝ ਗ੍ਰੇਟ ਦਿਸਦਾ ਹੈ, ਸੁਣਦੇ ਹਾਂ, ਵਾਪਰ ਜਾਂਦਾ ਹੈ ਤਾਂ ਅਸੀਂ ਕਹਿੰਦੇ ਹਾਂ ਵਾਹ। ਸੋ ਇਹ ਜਿਹੜਾ ਸ਼ਬਦ ਹੈ, ਇਸ ਸ਼ਬਦ ਦੇ ਬਾਰੇ ਮੈਂ ਸਾਂਝ ਕਰਨਾ ਚਾਹਾਂਗਾ ਕਿ ਇਹ ਸ਼ਬਦ ਸਾਨੂੰ ਕੀ ਸਮਝਾਉਂਦਾ ਹੈ, ਕੀ ਸਿਖਾਉਂਦਾ ਹੈ। ਦੁਨੀਆ ਦਾ ਕੋਈ ਵੀ ਮਨੁੱਖ ਚਾਹੇ ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਜੈਂਡਰ ਦਾ, ਕਿਸੇ ਵੀ ਸਟੇਟਸ ਦਾ, ਕਿੱਥੇ ਵੀ ਰਹਿੰਦਾ ਹੈ, ਭਾਵੇਂ ਉਹ ਗੋਡ ਨੂੰ ਮੰਨਦਾ ਹੈ ਜਾਂ ਨਹੀਂ ਮੰਨਦਾ ਹੈ, ਆਸਤਿਕ ਹੈ ਜਾਂ ਨਾਸਤਿਕ ਹੈ, ਏਥਿਸਟ ਹੈ, ਕਮਿਊਨਿਸਟ ਹੈ, ਇਹ ਲੇਬਲਸ ਦੀ ਗੱਲ ਨਹੀਂ ਚੱਲ ਰਹੀ। Any human being on this earth, ਉਹ ਇਸ ਅਵਸਥਾ ਨੂੰ ਮਾਣ ਸਕਦਾ ਹੈ, ਉਹਦੀ ਵਾਓ ਵਾਲੀ ਅਵਸਥਾ ਦਾ ਅਸੀਂ ਇੱਕ ਛੋਟੀ ਜਿਹੀ ਸਟੋਰੀ ਬਣਾ ਲੈਂਦੇ ਹਾਂ। ਇੱਕ ਬੱਚਾ ਆਪਣੇ ਘਰੋਂ ਸਕੂਲ ਗਿਆ, ਮਾਂ ਪਿਓ ਨੇ ਭੇਜ ਦਿੱਤਾ, ਉਹ ਇਕੱਲਾ ਸੀ। ਫॉर एग्जाम्पल ਉਹਦਾ ਸਕੂਲ 6 ਜਾਂ 8 ਆਵਰਸ ਦਾ ਹੁੰਦਾ ਹੈ। ਆਫਟਰ 8 ਆਵਰਸ ਉਹ ਬੱਚਾ ਘਰ ਆ ਜਾਂਦਾ ਹੈ। ਮੈਂ ਸਪੌਂਟੇਨੀਅਸ ਸਟੋਰੀ ਬਣਾ ਰਿਹਾ ਕਿ ਜਦੋਂ ਰੋਜ਼ 8 ਘੰਟੇ ਬਾਅਦ ਘਰ ਆ ਜਾਂਦਾ ਹੈ, ਇੱਕ ਦਿਨ ਨਹੀਂ ਆਇਆ, ਇੱਕ ਦਿਨ ਉਹ ਲੇਟ ਹੋ ਗਿਆ, ਘਰ ਵਾਲੇ ਪਰੇਸ਼ਾਨ ਨੇ, ਉਹਨੂੰ ਉੱਥੇ ਕੋਈ ਪ੍ਰੋਬਲਮ ਆਈ ਹੈ, ਘਰ ਵਾਲਿਆਂ ਨੂੰ ਪਤਾ ਨਹੀਂ ਹੈ। ਉਸ ਪ੍ਰੋਬਲਮ ਵਿੱਚ ਫਸ ਗਿਆ। ਅੱਛਾ, ਪ੍ਰੋਬਲਮ ਇੰਜ ਬਣਾ ਲੈਂਦੇ ਹਾਂ, ਫॉर एग्जाम्पल 4-5 ਸ਼ਰਾਰਤੀ ਮੁੰਡਿਆਂ ਨੇ ਉਹਨੂੰ ਫੜ ਲਿਆ, ਉਹਨੂੰ ਬੌਦਰ ਕਰ ਰਹੇ ਨੇ, ਉਹਨੂੰ ਡਿਸਟਰਬ ਕਰ ਰਹੇ ਨੇ, ਉਹਨੂੰ ਸਮਝ ਨਹੀਂ ਆ ਰਹੀ ਹਾਊ ਟੂ ਹੈਂਡਲ ਦਿਸ ਸਿਚੁਏਸ਼ਨ। ਉਹਨੂੰ ਕੰਬੈਟ ਕਰਨਾ ਨਹੀਂ ਆ ਰਿਹਾ, ਉਹਨਾਂ ਨਾਲ ਡੀਲ ਕਰਨਾ ਵੀ ਨਹੀਂ ਆ ਰਿਹਾ। ਉਹ ਜਿਹੜੇ ਸ਼ਰਾਰਤੀ ਮੁੰਡਿਆਂ ਨੇ ਉਸ ਬੱਚੇ ਨੂੰ ਪਕੜ ਲਿਆ ਨਾ, ਉਹ ਜਿਹੜਾ ਟਾਈਮ ਵੇਸਟ ਹੋ ਰਿਹਾ, ਘਰ ਵਾਲੇ ਅਪਸੈਟ ਨੇ, ਬੇਚੈਨ। ਇਹ ਬੱਚਾ ਨਾ ਦੇਖਦਾ ਹੈ ਇੱਕ ਬੜਾ ਸਮਝਦਾਰ ਇਨਸਾਨ ਆ ਗਿਆ। मैं लफज इंसान बरत रहा, ਅਸੀਂ ਇਸ ਨੂੰ ਬਾਅਦ ਵਿੱਚ ਸਵਿਚ ਕਰਾਂਗੇ, ਫਲਿਪ ਕਰਾਂਗੇ ਔਰ ਪ੍ਰਤੀਕ ਵਜੋਂ ਵਰਤ ਰਿਹਾ। ਇੱਕ ਇਨਸਾਨ ਆਇਆ, ਉਸ ਇਨਸਾਨ ਨੇ ਇਸ ਬੱਚੇ ਨੂੰ ਨਾ ਉਹ ਸ਼ਰਾਰਤੀ ਮੁੰਡਿਆਂ ਕੋਲੋਂ ਬਚਾ ਲਿਆ। ਐ ਸੁਖੀ ਸੁਖੀ ਖੁਸ਼ ਹੋ ਕੇ ਆਪਣੇ ਘਰ ਆ ਗਿਆ। ਜਦੋਂ ਇਹ ਘਰ ਆਇਆ ਨਾ,
ਤੇ ਇਹਦੇ ਵੇਟ ਕਰ ਰਹੇ ਸੀ। ਮੰਮੀ ਪਾਪਾ ਬੇਚੈਨ ਸੀ ਨਾ, ਡੋਰ ਤੇ ਖੜੇ ਸੀ। ਉਹਨਾਂ ਨੇ ਦੇਖਿਆ ਇਹਦੇ ਨਾਲ ਕੋਈ ਸਟ੍ਰੇਂਜਰ ਹੈ। ਉਹ ਆਪਣੇ ਬੱਚੇ ਨੂੰ ਇੱਕਦਮ ਗਲਵਕੜੀ ਪਾਉਂਦੇ ਨੇ, ਪੁੱਛਦੇ ਨੇ बेटा क्या हो गया था? कहता बहुत प्रॉब्लम थी, अचानक 4-5 लड़कों ने मुझे घेर लिया, वो शरारती थे, उनकी इंटेंशन खराब थी, वो मुझे बॉदर कर रहे थे, मुझे हैंडल करना नहीं आ रहा था। वो बच्चा अपने माँ प्यो ਨੂੰ ਇੰਜ ਕਹਿੰਦਾ ਹੈ ਤਾਂ ਮਾਂ ਪਿਓ ਪੁੱਛਦੇ ਨੇ ਇਹ ਕੌਣ ਹੈ ਤੇਰੇ ਨਾਲ? कहता वाओ यही तो है वो पापा, ये अंकल वो ही है, ए पापा जी वही ने जिन्हों ने मैनू उन्होंने को छुड़ाया। वो सारे वाह, अच्छा आपने हमारे बच्चे को छुड़ाया, थैंक यू। बच्चे ਨੂੰ प्रॉब्लम ਨਾਲ ਡੀਲ ਕਰਨਾ ਨਹੀਂ ਆਉਂਦਾ ਸੀ। ਬੱਚਾ ਪ੍ਰੋਬਲਮ ਵਿੱਚ ਫਸ ਗਿਆ ਸੀ। ਅਗਰ ਸਟੋਰੀ ਨੂੰ ਸਮਰਾਈਜ਼ ਕਰ ਲਈਏ, ਬੱਚੇ ਨੂੰ ਪ੍ਰੋਬਲਮ ਤੋਂ ਜਿਹਨੇ ਛੁਡਾਇਆ, ਛੁੱਟਣ ਤੋਂ ਬਾਅਦ ਜੋ ਬੱਚੇ ਦੇ ਮਨ ਦੀ ਅਵਸਥਾ ਬਣੀ ਔਰ ਬੱਚਾ ਖੁਸ਼ੀ ਖੁਸ਼ੀ ਸੁਖੀ ਸੁਖੀ ਆਪਣੇ ਘਰ ਆਇਆ, ਜੋ ਉਹਦੇ ਮਾਂ-ਪਿਓ ਦੀ ਵੀ ਅਵਸਥਾ ਬਣੀ ਡਿਊ ਟੂ ਦੈਟ ਪਰਸਨ ਜਿਹਨੇ ਛੁਡਾਇਆ। ਉਹਨਾਂ ਨੇ ਉਹਦਾ ਵੀ ਥੈਂਕ ਯੂ ਕੀਤਾ ਔਰ ਸਾਰਿਆਂ ਦੇ ਪਾਪਾ ਇਹ ਹੀ ਤੇ ਹਨ, ਵਾਹ ਇਹ ਨਾ ਆਂਦੇ ਨਾ ਮੈਂ ਬਚ ਨਹੀਂ ਸੀ ਸਕਦਾ। ਉਹ ਬਹੁਤ ਬੌਦਰ ਕਰ ਰਹੇ ਸੀ। ਇਹ ਮੈਂ ਸਪੌਂਟੇਨੀਅਸ ਸਟੋਰੀ ਬਣਾਈ ਹੈ। ਉਹ ਦੁਨੀਆ ਦਾ ਹਰ ਮਨੁੱਖ ਉਹ ਵਾਲਾ ਬੱਚਾ ਹੈ। ਅਸੀਂ ਸਾਰੇ ਉਹ ਵਾਲਾ ਬੱਚਾ ਹਾਂ। ਸਾਨੂੰ ਜੰਮ ਰੂਪੀ ਵਾਈਸਿਸ, ਉਹ ਜਿਹੜੀ ਬੈਡ ਇੰਟੈਂਸ਼ਨ ਵਾਲੇ ਮੁੰਡੇ ਸੀ ਨਾ, ਉਹ ਜੰਮ ਮਤਲਬ ਵਾਈਸਿਸ ਮਤਲਬ ਵਿਕਡ ਥਾਟਸ ਬੌਦਰ ਕਰਦੇ ਨੇ ਸਾਡੀ ਲਾਈਫ ਵਿੱਚ। ਸਾਨੂੰ ਡੀਲ ਕਰਨਾ ਨਹੀਂ ਆਉਂਦਾ। ਤੇ ਜਦੋਂ ਡੀਲ ਕਰਕੇ ਛੁੱਟਦੇ ਆ, ਉਹ ਵਾਓ ਸ਼ੁਕਰ, ਥੈਂਕ ਗॉड, ਬਾਲ ਬਾਲ ਬੱਚੇ, ਹਾਏ ਸ਼ੁਕਰ, ਬਹੁਤ ਬਹੁਤ ਸ਼ੁਕਰ, ਵਾਹ ਜੀ ਵਾਹ, ਥੈਂਕ ਯੂ, ਮੈਨੂੰ ਤੁਸੀਂ ਸੁਮਤ ਬਖਸ਼ੀ, ਤੁਸੀਂ ਮੈਨੂੰ ਐਨਲਾਈਟਨਮੈਂਟ ਦਿੱਤੀ ਤੇ ਮੈਂ ਉਸ ਪ੍ਰੋਬਲਮ ਨੂੰ ਫੇਸ ਕਰ ਸਕਿਆ। ਉਹ ਤੁਸੀਂ ਕੌਣ ਹੈ? ਗੁਰੂ। ਉਹ ਬੱਚਾ ਕੌਣ ਹੈ? ਅਸੀਂ। ਉਹਨੇ ਜਿਹੜੀ ਅਕਲ ਦਿੱਤੀ ਉਹਦੇ ਨਾਲ ਵਾਈਸਿਸ ਦੇ ਨਾਲ ਡੀਲ ਕਰਨਾ ਆ ਗਿਆ। ਅਸੀਂ ਆਪਣੇ ਅੰਦਰ ਦੇ ਇਸ ਘਰ ਅੰਦਰ ਸੁਖੀ ਸੁਖੀ ਆ ਕੇ ਵਿਕਾਸ ਵਿੱਚ, ਖੇੜੇ ਵਿੱਚ ਆ ਕੇ ਕਹਿ ਰਿਹਾ ਵਾਹ ਤੁਹਾਡੇ ਕਾਰਨ ਛੁੱਟੇ ਹਾਂ। ਇਹਨੂੰ ਕਹਿੰਦੇ ਨੇ ਜਦੋਂ ਅਸੀਂ ਉਹ ਵਾਲੀ ਮੱਤ, ਉਹ ਵਾਲੀ ਜਿਹੜੀ ਸੁਮਤ, ਉਹ ਵਾਲੀ ਟਾਰਚ ਪ੍ਰਾਪਤ ਕਰ ਲੈਂਦੇ ਆ ਔਰ ਉਹਨੂੰ ਸਭ ਦੇ ਜਦੋਂ ਅਪਲਾਈ ਕਰਦੇ ਆ ਨਾ, ਉਹਨੂੰ ਕਹਿੰਦੇ ਨੇ ਗੁਰੂ ਮੇਰੇ ਸੰਗ ਸਦਾ ਹੈ ਨਾਲ। ਤੇ ਗੁਰੂ ਸ਼ਰੀਰ ਨਹੀਂ ਹੁੰਦਾ। ਇਸ ਕਰਕੇ ਹਰ ਕਿਸੇ ਦੇ ਨਾਲ ਸਭ ਜਗ੍ਹਾ ਹਰ ਜਗ੍ਹਾ ਪੋਸੀਬਲ ਹੈ ਵਿਜ਼ਡਮ, ਸ਼ਬਦ ਗੁਰੂ, ਸਤਿਗੁਰ,
ट्रुथफुल लिविंग दा मैसेज देंदा है अंदरों, वो गुरु साडे नाल है। मनु जो इस देही में पंच चोर वसै, काम क्रोध लोभ मोह अहंकारा, अमृत लूटे, मन मुख नहीं बूझे, कोई ना सुने पुकारा, मैं बिल्कुल कल्ला, नो वन कैन हेल्प मी। उस वेले जिहड़ी सानू चानण कर देण वाली रोशनी प्राप्त होंदी है ना, वो जिहड़ी सुचज्जी मत प्राप्त होंदी है ना, वो जिहड़ी एनलाइटनमेंट जिहदे नाल मेरी एलिवेशन होंदी है, जिहदे नाल मैं पताल तो निकल के एलिवेट होके आगास नाल मर्ज हो जांदा। सतगुर की जिसनों मत आवे सो सतगुर माही समाना। मनु उस मैसेज दे नाल अप्लाई करके प्रैक्टिस करनी आ जाती है ना, दैट इज कॉल्ड वननेस, दैट इज कॉल्ड सतगुर नाल मर्ज हो गए, दैट इज कॉल्ड मेरा मन प्रॉब्लम्स नाल फेस करने वास्ते गुसाई दा पहलवानड़ा बन गया। सो अज दा शब्द जुझार जी, कोई क्वेश्चन है? नहीं भाई जी, किसी का पता नहीं अनम्यूट किया हो। अच्छा अच्छा, हुण असी उस शब्द मुताबक अपनिया कुछ out of many problems in this life, हर किसी दियां अपनी अपनी प्रॉब्लम्स ने और बेअंत ने। वो प्रॉब्लम्स नू देखण दी अख, इनसाइट, विजन मेरे को नहीं है। जे ना होवे तो मैं इल्यूजन और डिल्यूजन जिन्हों असी भरम कहते हैं ਉਹਦੇ कारण मैं भटकदा हाँ, मैं कंफ्यूज्ड हो जाता, मेरा मिसबिहेव हो जाता है, मेरा एटीट्यूड नेगेटिव हो जाता है। मैं सोचता मैं मटीरियल वर्ल्ड दे नाल, पदार्थां दे नाल अपनी प्रॉब्लम सॉल्व कर लांगा, पर प्रॉब्लम मेरे एटीट्यूड दी है। इस करके वो पैसियां नाल, सोने चांदी नाल सॉल्व नहीं होंदी। मैं अंदरों सड़दा बलदा रहंदा। उन्होंने कहते ने बिन सिमरन जो जीवन बलना। मनु कोई अचीवमेंट प्राप्त हुई है, मनु हंकार आ गया, मेरी कोई भी प्राप्ति है, मनु हंकार आ गया। और जो चीज़ां मैं इकट्ठियां करदा हाँ, जो डे एंड नाइट मैनी ईयर्स तो करी जा रहा, वो करके मेरा मन राज भी नहीं रहा, कंटेंटमेंट भी नहीं आ रही। उस अवस्था नूं कहंदे ने हारबिन जियो, बगैर सतगुर दी मत दे, बगैर विजडम दे मैं सड़दा बलदा। हारबिन जियो, इफ आई लिव लाइक दैट अकॉर्डिंग टू दोज नेगेटिव्स, सड़ बल जाऊं हो जाता, जल बल जाऊं।
हर भी जियो जल बस जाऊं। मैं अपना गुरपूछ देखिया, देखिया गुर कौन है? कोई मनुख नहीं है। जो मैनू ट्रुथफुल लिविंग मीन्स प्रॉब्लम्स तो छुड़ाता है, एटीट्यूड दिया, नेगेटिव थॉट प्रोसेस दिया, मेरे फ्लॉज फिक्स अप करता है, ਉਹਨੂੰ ਸਤਿਗੁਰ ਕਹਿੰਦੇ ਨੇ। ਉਹ ਮੈਸੇਜ ਨੂੰ, ਉਹਨੂੰ ਸੱਚ ਦਾ ਗਿਆਨ ਕਹਿੰਦੇ ਨੇ। ਉਹ ਦੁਨੀਆ ਦੇ ਸਾਰੇ ਮਨੁੱਖਾਂ ਤੇ ਇਕੁਅਲੀ ਐਪਲੀਕੇਬਲ ਹੁੰਦਾ ਹੈ। whosoever, anybody, anywhere can apply and see the positive results. Sure shot, ਸਰ ਪਰ ਜਾਣਾ ਹੈ। ਅੱਛਾ ਜੀ, ਉਹ ਮੇਰੇ ਕੋਲ ਵਿਜ਼ਨ ਨਹੀਂ ਹੈ ਪ੍ਰੋਬਲਮ ਨੂੰ ਦੇਖਣ ਦਾ, ਤਾਂ ਮੈਨੂੰ ਗॉड ਲਾਈਕ ਕੁਆਲਿਟੀਜ਼ ਵਿਸਰਨਗੀਆਂ ਵੀ, ਔਰ ਗॉड ਲਾਈਕ ਪ੍ਰੈਕਟਿਸ ਮੈਂ ਨਹੀਂ ਕਰਾਂਗਾ ਤੇ ਮੈਂ ਭੁੱਲਾਂਗਾ, ਮੈਂ ਭਟਕਾਂਗਾ। ਭੁਲਾਵੜੇ ਭੁੱਲੀ ਪੁੱਲ ਪੁੱਲ ਪਛੁਤਾਣੀ, ਬਾਰ ਬਾਰ ਮੈਂ ਭੁਲਾਵੜੇ ਭਟਕਾਣ ਵਾਲੇ, ਕੰਡਿਆਲੇ, ਹਨੇਰੇ, ਬਿਗਾਈਲਿੰਗ ਥਾਟਸ ਵਾਲੇ, ਡਿਸੀਟਫੁਲਨੈਸ ਵਾਲੇ ਰਸਤਿਆਂ ਤੇ ਟੁਰਾਂਗਾ। ਮੇਰੀ ਉਸ ਮੱਤ ਨੂੰ ਕਹਿੰਦੇ ਨੇ ਜਿਹੜੀ ਮੈਨੂੰ ਭਟਕਾਉਂਦੀ ਹੈ, ਜਿਹਦੇ ਨਾਲ ਮੈਨੂੰ ਚੈਨ ਨਹੀਂ ਆਉਂਦਾ, ਜਿਹਦੇ ਕਾਰਨ ਮੇਰਾ ਵਿਜ਼ਨ ਬਲਰਡ ਹੋ ਗਿਆ ਹੈ, ਮੈਨੂੰ ਦੇਖਣਾ ਨਹੀਂ ਆਉਂਦਾ, ਉਹਨੂੰ ਕਹਿੰਦੇ ਨੇ ਤ੍ਰਿਸ਼ਨਾਲੂ ਮੱਤ, ਤ੍ਰਿਸ਼ਨਾਲੂ ਬਿਰਤੀ, ਉਹਨੂੰ ਕਹਿੰਦੇ ਨੇ ਹਰਨਾਖਸ਼ ਵਾਲੀਆਂ ਅੱਖਾਂ, ਉਹਨੂੰ ਕਹਿੰਦੇ ਨੇ ਮਿਰਾਜ ਦੇਖ ਕੇ ਭਰਮ ਜਾਣਾ, ਇੰਦਰਧਨੁਸ਼ ਰੇਨਬੋ ਦੇ ਕਲਰਸ ਨੂੰ ਪਰਮਾਨੈਂਟ ਸਮਝਣਾ। मेरा तृष्णालु विजन बन गया, मेरा हंकारी विजन बन गया। हंकारी विजन मैं हर वेले सुपीरियरिटी कॉम्पलैक्स रहना। अच्छा, जो हंकारी विजन बन जाए ना, तो कॉम्पलैक्स आंदा, भावें सुपीरियरिटी कॉम्पलैक्स आवे तो भावें इंफीरियरिटी कॉम्पलैक्स आवे। कई बार असीं अपने आप को घटिया समझते रहते हैं, साडे कोल सेल्फ एस्टीम है ही नहीं, भुल गए हैं ना। सो कॉम्प्लेक्स आ गया, तृष्णालु विजन हो गया, ब्लड आईज हो गई, हंकारी विजन हो गया। अच्छा, हंकारी विजन दे विच की होता है? मैं ना इन्हां अखां दे नाल ना किसी वल देखदा ना, उन्होंने लेट डाउन करदा, किसी नूं देखदा ਉਹਨੂੰ ਡਿਸਕ੍ਰਿਮੀਨੇਟ ਕਰਦਾ। ਅੱਛਾ, ਕਿਸੇ ਨੂੰ ਦੇਖਦਾ ਉਹਨੂੰ ਸਟੇਅਰ ਕਰਕੇ ਗੁੱਸੇ ਦੇ ਨਾਲ ਘੂਰ ਕੇ ਵੇਖਦਾ। ਕਈ ਵਾਰੀ ਮੈਨੂੰ ਯਾਦ ਆ ਗਿਆ, ਕਈ ਵਾਰੀ ਤੇ ਘੂਰ ਕੇ ਨਾ, ਉਹ ਜਿਨ੍ਹਾਂ ਨੂੰ ਥਾਇਰਾਇਡ ਕਰਕੇ ਅੱਖਾਂ ਇੰਜ ਵੱਡੀਆਂ ਹੋ ਜਾਂਦੀਆਂ ਨਾ, ਤਾਂ ਮੈਨੂੰ ਮੰਮੀ ਉਸ ਦਿਨ ਦੱਸ ਰਹੀ ਸੀ ਕਿ ਵੀ ਜਦੋਂ ਮੈਨੂੰ ਥਾਇਰਾਇਡ ਹੋਇਆ ਤਾਂ ਡੈਡੀ ਕਹਿੰਦੇ ਸੀ ਕਿ ਇੰਜ ਘੂਰ ਕੇ ਕਿਉਂ ਵੇਖ ਰਹੀ ਆ, ਕੀ ਹੋਇਆ? ਐਂ ਘੂਰ ਕੇ ਵੇਖਦੀ ਆ। ਉਹਨਾਂ ਨੂੰ ਪਤਾ ਨਹੀਂ ਸੀ ਕਿ ਵਿਚਾਰੇ ਨੂੰ ਥਾਇਰਾਇਡ ਹੋ ਗਿਆ, ਉਹ ਅੱਖਾਂ ਵੱਡੀਆਂ ਵੱਡੀਆਂ। ਇਸ ਤਰ੍ਹਾਂ ਸਾਨੂੰ ਥਾਇਰਾਇਡ ਨਹੀਂ ਹੋਇਆ ਹੁੰਦਾ ਨਾ, ਅਸੀਂ ਘੂਰ ਕੇ ਲੋਕਾਂ ਨੂੰ ਗੁੱਸੇ ਦੇ ਨਾਲ, ਤ੍ਰਿਸ਼ਨਾਲੂ ਅੱਖਾਂ। ਤ੍ਰਿਸ਼ਨਾਲੂ ਵਿਜ਼ਨ ਬਣ ਜਾਂਦਾ ਨਾ, ਅਸੀਂ ਦੇਖ ਕੇ ਲੋਕਾਂ ਨਾਲ ਨਫ਼ਰਤ ਕਰਦੇ ਹਾਂ। ਤ੍ਰਿਸ਼ਨਾਲੂ ਹੰਕਾਰੀ ਵਿਜ਼ਨ ਬਣ ਜਾਏ ਨਾ, ਤਾਂ ਅਸੀਂ ਤੇਰ ਮੇਰ ਵਾਲੀਆਂ ਨਜ਼ਰਾਂ ਰੱਖਦੇ ਹਾਂ। ਇਹ ਮੇਰਾ, ਇਹ ਤੇਰਾ, ਵਿਤਕਰੇ ਵਾਲੀ, ਡਿਸਕ੍ਰਿਮੀਨੇਸ਼ਨ ਵਾਲੀ ਅੱਖਾਂ ਰੱਖਦੇ। ਉਹ ਡਿਸਕ੍ਰਿਮੀਨੇਸ਼ਨ ਵਾਲੀਆਂ ਅੱਖਾਂ ਦੇ ਨਾਲ ਕੀ ਹੁੰਦਾ ਹੈ? ਅਸੀਂ ਲੋਕਾਂ ਨੂੰ ਬਾਹਰੋਂ ਦੇਖ ਦੇਖ ਕੇ ਉਹਨਾਂ ਦੇ ਨਾਂ, ਉਹਨਾਂ ਦੀ ਜ਼ਾਤ, ਉਹਨਾਂ ਦਾ ਕਾਸਟ, ਉਹਨਾਂ ਦਾ ਕਲਰ,
ਉਹਨਾਂ ਦੇ ਬਾਹਰਲੇ ਕੱਪੜੇ, ਉਹ ਕਿਹੜੇ ਘਰ ਵਿੱਚ ਰਹਿੰਦੇ ਨੇ, ਕਿਹੜੀ ਕਾਰ ਤੇ ਆਏ ਨੇ, ਕਿਹੜੇ ਸ਼ੂਜ਼ ਪਾਏ ਨੇ। ਇਸ ਤਰੀਕੇ ਦੇ ਨਾਲ ਨਾ ਫਿਲਟਰ ਲਗਾ ਲਗਾ ਕੇ ਲੋਕਾਂ ਨੂੰ ਦੇਖਦੇ ਆ। ਮੈਨੂੰ ਅਗਰ ਪਸੰਦ ਹੈ, ਹੈਲੋ ਕੀ ਹਾਲ ਹੈ, ਸਤਿ ਸ੍ਰੀ ਅਕਾਲ, ਨਮਸਕਾਰ, ਕੈਸੇ ਹੋ, ਤਾਂ ਤੇ ਉਹਦੇ ਨਾਲ ਪਿਆਰ ਨਾਲ, ਉਹ ਨਹੀਂ ਹੈ ਹੇਟਡ ਲੁੱਕ ਦੇ ਦਿੱਤੀ, ਇੰਜ ਕਰ ਦਿੱਤਾ ਜਾਂ ਇਗਨੋਰ ਕਰ ਦਿੱਤਾ। ਕਿਉਂਕਿ ਮੇਰੀ ਵਿਤਕਰੇ ਵਾਲੀਆਂ ਅੱਖਾਂ ਬਣ ਗਏ ਨੇ ਤ੍ਰਿਸ਼ਨਾਲੂ ਅੱਖਾਂ ਬਣ ਗਈਆਂ। ਇਹ ਪ੍ਰੋਬਲਮ ਹੋ ਗਈ ਉਸ ਕਾਕੇ ਨੂੰ ਜਿਹੜਾ ਘਰੋਂ ਗਿਆ ਸੀ ਸਕੂਲ। ਉਹ ਅਸੀਂ ਸਾਰੇ ਹਾਂ। ਸਾਡੇ ਜੀਵਨ ਵਿੱਚ ਜਦੋਂ ਤ੍ਰਿਸ਼ਨਾਲੂ ਅੱਖਾਂ ਬਣ ਜਾਂਦੀਆਂ ਨੇ, ਅਸੀਂ ਪਖੰਦੜੋ ਕੀ ਭੁੱਲ ਦੇਖਣ ਦੇ ਵਿੱਚ ਫਸ ਜਾਂਦੇ। ਤੁਮਾ ਦਿਸਮ ਸੋਹਣਾ। ਤੁਮਾ ਕੀ ਹੁੰਦਾ? ਉਹ ਜਦੋਂ ਬੀਨ ਵਜਾਉਂਦਾ ਨਾ ਸੱਪ ਵਾਸਤੇ, ਉਹ ਜਿਹੜਾ ਪੰਪਕਿਨ ਬਣਿਆ ਹੁੰਦਾ, ਉਹ ਬੀਨ, ਉਹ ਤੁਮਾ, ਉਹ ਪੰਪਕਿਨ, ਉਹ ਦੇਖਣ ਵਿੱਚ ਸੋਹਣਾ ਲੱਗਦਾ, ਪਰ ਜਦੋਂ ਖਾਓ ਤੇ ਕੌੜਾ ਹੁੰਦਾ, ਪੋਇਜ਼ਨਸ ਹੁੰਦਾ। ਦੇਖ ਕੇ ਅੱਖ ਦੇ ਦੇਖੋ ਨਾ ਤੇ ਉਹ ਇੰਝ ਲੱਗਦਾ ਕਿ ਇਹ ਅੰਬੀਆਂ ਨੇ, ਪਰ ਰਾਜਾ ਰਾਮ ਕਾਖਰੀ ਆਂਬਰੇ ਪਕਾਏ, ਕਿਨੇ ਬੂਝਣ ਹਾਰੇ ਖਾਏ। ਇਹ ਤੇ ਪਤਾ ਲੱਗਦਾ ਹੈ ਕਿ ਇਹ ਕਕਰੀਆਂ ਨੇ ਕਿ ਅੰਬ ਨੇ। ਤੇ ਖੰਦੜੋਂ ਕੀ ਭੁੱਲ ਬਣ ਗਏ ਮੇਰੇ ਤ੍ਰਿਸ਼ਨਾਲੂ, ਵਿਜ਼ਨ ਬਣ ਗਿਆ, ਮੈਨੂੰ ਦੇਖਣਾ ਨਹੀਂ ਆਉਂਦਾ, ਮੈਂ ਬਲਰਡ। ਸਾਡੇ ਜਿਤਨੇ ਵੀ ਆਸ-ਪਾਸ ਗਾਈਡ ਨੇ, ਜਿਹੜੇ ਸਾਨੂੰ ਸਾਡੇ ਸੋ ਕਾਰਡ ਧਰਮੀ ਉਸਤਾਦ ਬਣਦੇ ਨੇ, ਰੱਬ ਔਰ ਸਾਡੇ ਵਿਚਕਾਰ ਵਿਚੋਲੇ ਬਣਦੇ ਨੇ, ਮੈਨੂੰ ਉਹਨਾਂ ਦਾ ਇੱਕ ਜੋਕ ਯਾਦ ਆਇਆ। ਇੱਕ ਬੰਦਾ ਨਾ ਸ਼ਰਾਬ ਪੀਂਦਾ ਸੀ, ਸ਼ਰਾਬ ਪੀ ਕੇ ਨਾ ਡਾਕਟਰ ਕੋਲ ਗਿਆ। ਉਹ ਡਾਕਟਰ ਨੂੰ ਕਹਿੰਦਾ, ਡਾਕਟਰ ਸਾਹਿਬ मुझे ना पता नहीं क्या हो गया है, डबल डबल नजर आता है। डॉक्टर ने क्या, वो कैसे? कहता है मेरे को ऐसे लग रहा है सामने आप एक डॉक्टर नहीं, दो डॉक्टर बैठे हो, ऐसे दो दो नजर आते हैं। तो डॉक्टर को पता की पूछता है, तो चारां नूं इहो प्रॉब्लम है? ਇਹਦਾ मतलब की होया? डॉक्टर आप भी नशई सी, डॉक्टर दी अपनियां देखण दियां भी अखां खराब सी। सो पॉइंट नंबर 1 कि साडा देखण दा ढंग खराब हो गया, मैला हो गया, अखां धुंधलियां हो गई। इन्हां धुंधलियां अखां दे नाल जदों मैं एक पल रहिंदा ना, ਤਾਂ ਇਸ ਇੱਕ ਪਲ ਨੂੰ many thousands of years ਕਹਿੰਦੇ ਨੇ ਧਾਰਮਿਕ ਦੁਨੀਆ ਵਿੱਚ। ਉਹਨੂੰ ਕਹਿੰਦੇ ਨੇ ਅਰਬਦ ਨਰਬਦ ਧੁੰਦੂਕਾਰਾ, ਧੁੰਦ ਵਾਲੀਆਂ, ਫੌਗ ਵਾਲੀਆਂ ਮੈਨੂੰ ਅੱਖਾਂ ਮਿਲ ਗਈਆਂ ਨੇ, ਮੈਨੂੰ ਕਲੀਅਰ ਨਜ਼ਰ ਹੀ ਨਹੀਂ ਆਉਂਦਾ। ਮੈਂ ਆਪਣੇ ਜੀਵਨ ਵਿੱਚ ਕੁਝ ਵੀ ਦੇਖਦਾ ਹਾਂ। ਇਹ ਪ੍ਰੋਬਲਮ ਹੋ ਗਈ ਉਸ ਕਾਕੇ ਦੀ, ਜਿਹੜਾ ਕਾਕਾ ਬੱਚਾ ਸਕੂਲ ਗਿਆ, ਉਹਨੂੰ ਕੁਝ ਸ਼ਰਾਰਤੀ ਮੁੰਡਿਆਂ ਨੇ ਬੌਦਰ ਕੀਤਾ। ਇਹ ਤ੍ਰਿਸ਼ਨਾਲੂ ਅੱਖਾਂ ਤੋਂ ਬਾਅਦ ਦੂਜਾ ਪੁਆਇੰਟ, ਮੈਂ ਇਸ ਮੂੰਹ ਦੇ ਨਾਲ ਨਾ ਰਾਮ 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 ਰਾਮ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ ਵੀ ਕਰ ਲੈਂਦਾ, ਪਰ ਲੋੜ ਪਏ ਤਾਂ ਮੈਂ ਲੋਕਾਂ ਨੂੰ ਗਾਲਾਂ ਵੀ ਕੱਢ ਲੈਂਦਾ। ਮੈਂ ਇਹਦੇ ਨਾਲ ਪਾਠ ਵੀ ਕਰ ਲੈਂਦਾ, ਪਰ ਲੋੜ ਪਏ ਤਾਂ ਦੁਕਾਨ ਤੇ ਝੂਠ ਬੋਲ ਕੇ ਗਲਤ ਮਾਲ, ਨਕਲੀ ਮਾਲ, ਹੀਰਾ ਫੇਰੀ ਦੇ ਨਾਲ, ਪਰਪੰਚ ਕਰਕੇ ਲੁੱਟਣ ਵਾਲੀ ਠੱਗੀ ਦੇ ਨਾਲ, ਵਾਲੇ ਬੋਲ ਬੋਲ ਕੇ ਬਾਹਰੋਂ ਬਾਹਰੋਂ ਦਿਖਾਵੇ ਦੇ ਠੱਗੀ ਵਾਲੀ ਬੋਲੀ ਬੋਲਦਾ, ਕੌੜੇ ਬੋਲ ਬੋਲਦਾ ਹਾਂ, ਗਾਲਾਂ ਕੱਢਦਾ ਹਾਂ, ਦਿਖਾਵੇ ਦਾ ਮਿੱਠਾ ਬੋਲ ਕੇ ਕੈਂਚੀ। ਉਹਨੂੰ ਕਹਿੰਦੇ ਨੇ ਬਾਹਰ ਦਿਸੇ ਚਾਨਣਾ, ਦਿਲ ਅੰਧਿਆਰੀ ਰਾਤ। ਫਰੀਦਾ ਕੰਨ ਮਸੱਲਾ, ਸੂਫ ਗੱਲ, ਦਿਲ ਕਾਤੀ, ਅੰਦਰ ਮੇਰੇ ਕੈਂਚੀ ਚਲਦੀ ਹੈ। ਮੈਂ ਲੋਕਾਂ ਦੀਆਂ ਜੇਬਾਂ ਕੱਟਦਾ, ਦਿਲ ਕਾਤੀ ਗੁੜ ਬਾਤ, ਦਿਖਾਵੇ ਦਾ ਮਿੱਠਾ ਮਿੱਠਾ ਬੋਲਦਾ।
हिपोक्रेट। सो मेरी ना बोली बिगड़ गई है, मैं हर्टिंग बोली बोलदा हाँ, मैं टॉन्ट करदा हाँ। जे मैं पतियां ते पत्नी नूं और बच्चियां नूं और सस सोहरे नूं या अपने पेरेंट्स नूं मंदे बोल बोलदा हाँ, जे मैं पत्नी हाँ ते मैं अपने सस सोहरे नूं भैड़े बोल बोलदी हाँ, टॉन्ट करदी हाँ। इसी जुबान दे नाल इधर अपनी मां सक्की मां वाल मिठा बोलदी हाँ, इसी मूंह दे नाल इस पासे जो डील करदी हाँ ते अपनी सस दे नाल निंदा करके ननाण दे नाल भैड़े बोल बोलदी हाँ, सस दे नाल भैड़े बोलदी। हिपोक्रेसी वाले बोल, हर्टिंग बोल, टॉन्टिंग वाले, हर वेले शिकायतां वाले है ना। वो दूजा मुंडा बादर कर रहा है, ਉਹਦੇ ਨਾਲ ਕੀ ਹੋ ਰਿਹਾ, ਉਹ ਕਾਕੇ ਨੂੰ ना बुली कर दिया। हाँ हाँ तुम क्यों करोगे, तुम तो अपने आप को बड़ा समझते हो ना, तुम तो बड़े धर्मी हो ना, हाँ हाँ तुम्हारा क्या है जी, और जी ऐसा इस तरह ना लोगों को बुली करना, बुली करने वाले बोल, मंदे बोल, शिकायती बोल, टॉन्टिंग बोल, गिले शिकवे वाले बोल मेरी बोल बाणी बन गई है। निंदक बोल, मैं बैक बाइटिंग करता हाँ, मैं किसी नू भी डिफेम करने वाली बोली यूज करता हाँ, छुप के फोन ते स्टैबिंग करता हाँ। मेरे बोल बिगड़ गए, मेरी जुबान खराब हो गई है। मनु रियल सेंस विच मिठे बोल नहीं आते, मनु रियल सेंस विच देखना नहीं आता। ए दो मुंडिया ने काके नू बॉदर किया, जिहड़ी असीं स्टार्ट की सी स्टोरी। सो इन्हां तो बाद की होया, मेरी ना बैड कंपनी है। बैड असीं लोकां नू ते कह नहीं सकते, पर मैं रियलाइज कर रहा मेरी बैड कंपनी है ईवल थॉट्स दे नाल, अपसेटिंग थॉट्स दे नाल, डिस्टर्बिंग थॉट्स दे नाल, ਜਿਹੜੀਆਂ ਮੈਨੂੰ डिस्ट्रैक्ट करदियां ने। वो वाले ना थॉट प्रोसेस वाले वैसे वैसे मंदे वाइसिस वाले ख्यालां नाल मेरा संग है, मेरी कंपनी है उन्हां दे नाल। इनू कुसंगत कहंदे ने, इनू साकत संग कहंदे ने। ए प्रॉब्लम, ए तीजी प्रॉब्लम हो गई उस काके नू। एक्सक्यूज मी। तो मैं ना अपने ना ईवल थॉट्स वाले फ्रेंड्स बनाए हुए ने। असी ना अपने नेगेटिव थॉट्स दे माइट नू अपना एसेट कैपिटल समझदे हां। उन्होंने कहंदे ने काचा धन संचय मूर्ख गवार, काचा धन इकट्ठा किया है। मैं अपना एसेट कैपिटल, अपना माइट ना मैं नेगेटिव थॉट्स दे नाल बनाया हुआ है। उन्होंने कहंदे ने काचा धन संचय मूर्ख गवार। बट मैनू पता ही नहीं साचा धन गुरमती पाए। मैं सतगुर की मत दे नाल साचा धन मीन्स गुड क्वालिटीज, वर्च्यूज वाला, संतन वाला संग मैं वो नहीं करता। सो मेरा दुर्मत रूपी, दुर्जन रूपी ख्यालां दे नाल संग है, फ्रेंडशिप है। मैं अपने अंदर दे परिवार बनाया होया है, भैड़े भैड़े ख्याल दा कुल बनाया होया है। ए बॉदर करता है। इहदे नाल की हुंदा है, मेरा ना थॉट प्रोसेस हमेशा कूड़ वाला हो गया, बिगाइलिंग हो गया। अनएथिकल हो गया। चतराइयां चलाकियां वाला हो गया। ਉਹਦੇ ਨਾਲ पता की ਹੁੰਦਾ है, मैं हर वेले खेड़े च नहीं रहता, मैं हर वेले खुश नहीं रहता। मनु कोई भी नेगेटिव थॉट्स वाला अपनी ताल ते जिस तरह मर्जी नचांदा, मैं चल पैंदा। कोई मनु कहे वहां पर चलना है, जेब काटनी है, मैं चल पैंदा।
कोई मैनू कहता वहां पर चल के किसी को मारना है, मैं मारन चल पैंदा। कोई कहता वहां पर चल के किसी को गालियां निकालेंगे, मैं कढ़ लैंदा हाँ। कोई मेरे नाल बैठ के निंदा करता है, मैं कर दिंदा हाँ या सुन लैंदा हाँ। मैं खुश नहीं हाँ ना। मैं हर गलत रॉन्ग बीट उत्ते टेढ़े रस्ते ते कदम रख लैंदा। भुल गया मैं भुलावा पग दा, मत मैली हो जाए, मेरी मत ना मैली होंदी जाती है। मैं भुलदा जांदा, मत डे बाय डे मैली होती जाती है। सो मैं ईवल थॉट्स दे नाल अट्रैक्ट होंदा है। ਇਹ ਸਾਰੀਆਂ ਪ੍ਰੋਬਲਮ ਉਸ ਕਾਕੇ ਨੂੰ ਆ ਗਈਆਂ ਨੇ। ਪਤਾ ਨਹੀਂ ਲੱਗ ਰਿਹਾ ਕਿ ਪਲ ਪਲ ਇਹ ਜਿਹੜੇ ਮੇਰਾ ਐਟੀਟਿਊਡ ਬਣ ਗਿਆ ਨਾ, ਇਹਦੇ ਨਾਲ ਮੈਨੂੰ ਜੰਮ ਵਾਈਸਿਸ ਮਾਰਦੇ ਨੇ। thousands of times every day ਮੈਂ ਮਰਦਾ। ਉਹਨੂੰ ਕਹਿੰਦੇ ਨੇ ਨਾਮ ਨਾ ਜਪੇ ਸੀ ਆਤਮਘਾਤੀ। मैं अपनी आत्मा का घात करता, अपने जमीर नूं मारदा। सो ए मेरा सुभाव बन गया है। ते मैं नैगेटिव थॉट्स की ताल ते चलदा हाँ, तो नैगेटिव किस्म दियां खेडां खेडदा हाँ। जित जावां ते खुश, वो भी टैंपरेरी। हार जावां ते मैं रोंदा दुखी होंदा। बस हार जीत मान अपमान उस्तत निंदा ये वालियां खेडां खेडदा रहना। उन्होंने कहने ने दरियावे कन्ना कन्ने बगला बैठा केल करे। मेरा मन बगला अपने मन दियां हिपोक्रेटिक खेडां खेडदा रहता। कोल दरियाव है, सतगुर है, गुरसागर है, चारों पासे रब है, विजडम की बारिश हो रही है, गुरु प्रसाद हो रही है। पर मैं दरियावे कन्ने बगला, दरिया दे कंढे ते बैठ के मैं बगले वांगू अपने मन की खेडां खेडदा रहना। सो ये सारा मेरे अंदर थैंकलेसनेस पैदा करता है, मेरे अंदर ग्रेटिट्यूड नहीं रहता है, मेरे अंदर क्रिएटिविटी नहीं आती है। मैं कुछ क्रिएटिव करने की बजाय हमेशा डिस्ट्रक्टिव करता रहता हाँ। मनु कोई अक्ल नहीं है, मनु कोई सियाणप नहीं है, मनु कोई समझ नहीं है। ए सारे मुंडिया ने मैनू घेरिया होया है और मैं वो वाला बच्चा हाँ जिहड़ा घरों स्कूल आया सी और मैं डिस्टर्ब्ड हाँ। आई डोंट नो हाउ टू डील विद दिस प्रॉब्लम। ਇਹ ਸਾਰੀਆਂ ਪ੍ਰੋਬਲਮਾਂ ਫਿਨਿਸ਼ ਹੋ ਸਕਦੀਆਂ। वो ਜਿਹੜੇ पापा जी आए सी जिन्होंने मुझे बचाया, वो भैड़े मुंडिया तो। वो पापा जी कौन है? सतगुर। मेल फीमेल जेंडर च नहीं जाना। असी पापा जी नूं कोई फिजिकल पापा जी नहीं बना रहे, अपनी प्रॉब्लम वास्ते असीं कह रहे हैं सतगुर। सतगुर जदों मैनू प्रॉब्लम चो बचांदा है या सारियां मेरे एटीट्यूड दी प्रॉब्लम फिक्सअप करदा है ना, मैं सुखी हो जांदा, मैनू खेड़ा आ जांदा, मैनू देखना आ जांदा, मैनू ब्लिस एक्सटेसी वाह। मैं डिलाइटेड हो जाता, थ्रिल्ड हो जाता, विस्मादत हो जाता। कदों? जदों मैनू सतगुर की मत प्राप्त हुई, जदों मैनू यह अक्ल आई हाउ टू डील विद दिस प्रॉब्लम एट दिस मोमेंट। मैं छुट जाता, मैं सुखिया शुकर। बल हुआ बंधन छुटे, हाय शुक्र छुट गए, थैंक गॉड। वाह, एनू वाह गुरु कहंदे ने, वंडर ऑफ गॉड कहंदे ने।
वाओ, ओह वाह, माय गुडनेस। वो कोई किधरे आसमान ते नहीं है रब, वो साडे अंदर वसदा है, साडी कॉन्शियस दे अंदर रहंदा है। अंदरों जिहड़ी आवाज आंदी है उन्होंने इनर कॉन्शियस दी वॉइस कहंदे ने। अंदरों जिहड़ी आवाज आंदी है उन्होंने विल दी, ज़मीर दी आवाज कहंदे ने, रूह दी आवाज कहंदे ने, खुदाई पैगाम कहंदे ने, पारलौकिक बाणी कहंदे ने, धुर की बाणी कहंदे ने। एक टीवी ते मैं कुछ दिनों तो ऐड देख रहा, एक मां अपनी छोटी जी बच्ची नूं स्कूल पाण आई, तो जिस तरह कॉलेज वड्डे बच्चे, सीनियर बच्चे, छोटे जिहड़ा नवा आया एडमिशन लैन ओदी रैगिंग करदे ने ना, इंज ना छोटी बच्ची नूं मां ने स्कूल अंदर भेजिया, मां उत्थे खड़ी होके देख रही है, तो छोटी बच्ची नूं ना वो वड्डियां बच्चियां ने, सीनियर बच्चियां ने, और क्या छोटा पैकेट, उन्होंने ना उन्होंने लेट डाउन करके, टॉन्ट करके, डरा के इन्हां अखां दे नाल, अपने इन्हां बोलां दे नाल डोमिनेट करके, डरा के, छोटा पैकेट कह के, बुली करके, इंसल्ट करके बोलिया। मम्मी नाल नहीं है, कोई भी नाल नहीं है, अंदरों उन्होंने एक मैसेज आया, उन्हें उन्होंने क्या, जे तुसी मैनू छोटा पैकेट कह रहे हो, मन अंदर सोचा कहनी यस वड्डा पैकेट। जो ही उन्हें उन्होंने वड्डा पैकेट किया, वो वड्डा पैकेट वालियां हस पईयां, उन्होंने ਉਹਦੇ ਨਾਲ शेक हैंड कर लिया। उथे मम्मी देख के हैरान हुई, माय गॉड माय डॉटर इज सियाणी, फर्स्ट डे ही गई है, ए कोई सिलेबस ਦਾ ਚੈਪਟਰ ਨਹੀਂ ਸੀ, ਇਹ ਘਰ ਵੀ ਨਹੀਂ ਪੜਾਇਆ ਸੀ। ਇੰਜ ਦੁਨੀਆ ਦੀ ਕਿਸੇ ਵੀ ਪ੍ਰੋਬਲਮ ਨੂੰ ਡੀਲ ਕਰਨ ਵੇਲੇ थोड़ा म्यूट हो गया। ਜਦੋਂ ਉਸ ਬੰਧਨ ਤੋਂ ਛੁੱਟਦੇ ਆ ਨਾ, ਤਾਂ ਨਿਕਲਦਾ ਵਾਹ। ਉਹ ਜਿਹੜਾ ਮੈਸੇਜ ਹੈ ਉਹਨੂੰ ਕਹਿੰਦੇ ਨੇ ਗੁਰੂ। ਗੁਰੂ ਸ਼ਰੀਰਕ ਨਹੀਂ ਹੁੰਦਾ, ਮੈਸੇਜ ਸਦੀਆਂ ਤੋਂ ਹਮੇਸ਼ਾ ਸੱਚ ਹੈ, ਸੱਚ ਪੁਰਾਣਾ ਨਾ ਥੀਏ, ਮੈਸੇਜ ਸੱਚਾ ਹੈ, ਹਮੇਸ਼ਾ ਮਨੂੰ ਟਰੂਥਫੁਲ ਲਿਵਿੰਗ ਦਾ ਹੀ ਮੈਸੇਜ ਦਿੰਦਾ ਹੈ। ਇਨਰ ਵੌਇਸ ਹਮੇਸ਼ਾ ਸੱਚੀ ਹੁੰਦੀ ਹੈ, ਡਿਵਾਈਨ ਹੁੰਦੀ ਹੈ। ਉਹਦੇ ਅੱਗੇ ਸਰੈਂਡਰ ਕਰਨਾ, सबमिशन टू सतगुर। ऐसा सतगुर जे मिले तिसनो सिर सौंपिए, विचों आप जाए, मन की मत त्यागो हरजन, हुक्म पूछ पाइए सुखी हो गए। वाह गुरु, पहली पंक्ति है वाह गुरु, वाह गुरु, वाह गुरु, वाह जियो। वाह हे जियो नहीं उच्चारण करेंगे, वाह जियो। और रब साडे अंदर, साडा जिथे कोठरे में कोठरी, परम कोठी विचार, जिथों अंदरों सच की आवाज आती है, वो सच की जिहड़ी आवाज है उन्होंने सतगुर की आवाज कहते हैं। उन्होंने कहते हैं सतगुर मेरा सद बोलनता। ਉਹਨੂੰ ਕਹਿੰਦੇ ਨੇ ਉਹ ਮੈਨੂੰ ਅਵੇਅਰਨੈਸ ਸਿਖਾਉਂਦਾ ਹੈ, ਅਲਰਟਨੈਸ ਸਿਖਾਉਂਦਾ ਹੈ, ਅਵੇਕਨਿੰਗ ਸਿਖਾਉਂਦਾ ਹੈ। ਉਹਨੂੰ ਕਹਿੰਦੇ ਨੇ ਸਤਿਗੁਰ ਜਾਗਤਾ ਹੈ ਦਿਓ। ਇਹ ਬਲਿਸ ਦੀ ਅਵਸਥਾ, ਉਹ ਮੈਸੇਜ ਨਾਨਕ ਲਿਖਿਆ ਨਾਲ ਤੇਰੇ ਨਾਲ ਹੈ। ਉਹ ਮੈਸੇਜ ਨੂੰ ਸੁਣ ਲਿਆ ਕਰ, ਤੂੰ ਪ੍ਰੋਬਲਮ ਵੇਲੇ ਕੁੜਿਆਰ ਤੋਂ ਸਚਿਆਰ ਬਣ ਸਕਦਾ ਹੈ। वाह, वो थैंक गॉड, वो गुरु जी शुक्रिया, वाह जी वाह। तुसी मनु हनेरे चों, पटकना चों, मकड़ी दे जाले चों, चिक्कड़ चों कढ़ लिया, हाथ दे राखे अपने को,
ਸਾਸ ਸਾਸ ਪ੍ਰਤਪਾਲੇ, ਮੈਨੂੰ ਹਰ ਬ੍ਰੈਥ ਵੇਲੇ ਤੁਸੀਂ ਇਸ ਤਰ੍ਹਾਂ ਸੁਮਤ ਬਖਸ਼ਦੇ ਹੋ। ਮੈਂ ਜਦੋਂ ਫਿੱਕੇ ਬੋਲਣ ਲੱਗਦਾ ਨਾ, ਤੁਸੀਂ ਮੈਨੂੰ ਕਹਿੰਦੇ ਹੋ ਨਾਨਕ ਫਿੱਕੇ ਬੋਲਿਆ, ਤਨ ਮਨ ਫਿੱਕਾ ਹੋਏ। ਨਹੀਂ, एब्यूजिव लैंग्वेज नहीं बोलते हैं, फिक्का नहीं बोलते हैं, टॉन्टिंग नहीं बोलते हैं। तुसी मेरे नाल रहंदे नो, गुरु मेरे संग सदा है नाले, सिमर सिमरती सदा संभाले, ओदे गुण संभालते रहंदे आ, लैंदे रहंदे आ। ए अवस्था अज दे शब्द विच बनदी है। पहली पंक्ति वाह गुरु वाह गुरु वाह गुरु वाह जियो। रिस्पेक्टफुली, ब्लिसफुली, सरेंडर करके, सबमिशन करके, नम्रता विच वाह ओ जियो तुसी ते वाह। इनू कहंदे ने कमल नैन। मैं अपनी जिंदगी दे किसी भी प्रॉब्लम दे चिक्कड़ विच फसदा सी ना, तुसी मनु जिस तरह चिक्कड़ विच कमल इस तरह उगदा ना, लोटस फ्लावर, ओ वालियां अखां दे दित्तियां। कमल नैन, you give me insight, तुसी मनु ऐनक दे दित्ती है, तुसी करुणा वाली अखां दे दित्ती हैं, हमदर्दी वालियां, हलीमी वालियां, प्यार वालियां, नम्रता वालियां, लज्जा शर्म वालियां अखां दे दित्ती हैं, मनु लोचन बख्श दिते ने। नानक से अखड़ियां बयान जिन्हां दिसन दो मां परी, चारों पासे ना मनु सब जगह तुसी नजर आते हो मेरे मापरी जी। ओनू कहते हैं ये जितने खुदा के बंदे हैं, मेरी माला के, मेरी तस्बीह के मणके हैं, ये नजर आते रहते हैं, इबादत होती रहती है। दिस इज सिमरन। वाह गुरु जी वाह, तुसी मैनू वाली अकल देती है। जे मैं किसी नू हेटरेट दी नजर नाल देखा तो इबादत टूट जाएगी, कम्युनल हेटरेट दी अखां नाल देखा इबादत टूट जाएगी। तुसी मेरे अंदर रहंदे हो, तुसी सुनिया देंदे हो, वाह गुरु जी वाह। सतगुर सबना दा भला बनाइंदा, मनु सारे दा भला करन दी अकल देंदे हो, काइंड हार्ट देंदे हो। तुसी मनु कमल नैन बख्श दिते ने, कमल नैन। मैं अपनी मां नू भी जिस रिस्पेक्ट प्यार नाल बुलावां, उसे रिस्पेक्ट प्यार दे नाल मैं अपनी सस जी नू बुलावां। कमल नैन। मैं जिस प्यार दे नाल अपनी भैणा नाल डील करा, मैं उसी प्यार दे नाल रिस्पेक्टफुली, पूरी रिस्पेक्ट दे के अपनी वाइफ दे नाल डील करा, अपनी भरजाई दे नाल डील करा, अपनी वाइफ दी सिस्टर्स दे नाल उस तरह डील करा। कमल नैन, तुसी मैनू चिक्कड़ ही डुब्बन नहीं देंदे, सिखा दिता ना चिक्कड़ चो किवें लंघ के जाना है। कमल नैन। मधुर बहन, तुसी मनु निर्लेप अखां ते दे ही दित्तियां ने, पर मनु मिठे बोल भी दे दिते ने, सिखा दिते ने। ए मनु मुंडे बॉदर करदे सी ना जदों मैं स्कूल गया सी, वो जेडी स्टोरी बनाई है उहदे मुताबिक। मिठे बोल, मिठी बोल बाणी, चारों पासे जिदे नाल डील करिए, टॉन्टिंग वे ना बोलिए। कदी ना कहिए तुसी फोन नहीं कीता, तुसी ते कदी फोन करदे ही नहीं, तुसी ते जवाब भी नहीं देंदे। असी लोकां नाल गल्लां करदे सी।
ਐਵੇਂ पत्नी कहती है आज हमारी एनिवर्सरी है, तुमने मेरे को विश नहीं किया, आज हमारा बर्थडे है, तुमने मेरे को विश नहीं किया। अच्छा आज मेरा बर्थडे है या आज हमारी एनिवर्सरी है, तुम टाइम पे नहीं आए, रोज लेट आते हो तो बात अलग है, आज तो टाइम पे आना चाहिए था ना, बाहर खाना खाने ले जाते, बच्चे वेट कर रहे हैं। जदों कमल नैन और मधुर बहन मिल गए ना, तब पूछती है कोई प्रॉब्लम तो नहीं हुई रास्ते में? अगर आप थके हुए हो, अगर कोई टेंशन है, तो मैं घर में खाना बना लूंगी, हमारी यही एनिवर्सरी है, ये एनिवर्सरी तो हम रोज मना सकते हैं, और जो आज कैलेंडर ईयर में है इसको कल मना लेंगे, परसों मना लेंगे। वो पूछ दिए सिर कुटना चाह बना दा, एंजी पति भी पूछ सकता है। कमल नैन, मधुर बहन मिठे शहद वाले रियल सत्संगत मिल रही है माधो जैसे मदप मखीरा, जिस तरह मक्खियां कट्ठियां होंदियां हन शहद दे छत्ते उत्ते, वो तो पॉइजन थोड़ा ना इकट्ठा कर दिया ने, इनू सत्संगत कहंदे ने। You deal with the people, you stay with the good thoughts, इनू सत्संगत कहंदे ने, इनू शहद दियां मक्खियां दा छत्ता वाली संगत कहंदे ने। सत्संगत मिल रही है माधो जैसे मदप मखीरा हनी बीज। कमल नैन, मधुर बहन, कोट सैन संग शोभ, मेरे साथ संग शोभते हैं। कब? जब वागुरु वाह दी वाह तुसी मैनू ये अकल बख्शी, तो मेरे अंदर दे ऑल नेगेटिव थॉट प्रोसेस दे वाले सारे मेरे फ्रेंड बन गए ने, मेरे अंदर दे कुल दे, मेरे अंदर दे धियां पुत्र कोट सैन संग शोभ, वो मेरे नाल शोभदे ने। मैं जिथे जाना, जिथे जाइए जगत में तिथे हर साई वांगू सज्जन से ही नाल मैं चलदे नाल चलन, जिथे लेखा मंगिया तिथे खड़े दिसन, मेरे नाल रहंदे ने, वो शोभदे ने, वो मैनू ना वाइसिस तो बचांदे ने। वाह कमल नैन, मधुर बहन, कोट सैन, अंदर दे सारे नेगेटिव थॉट्स मेरी क्वालिटीज बन गई हैं, पॉजिटिव हो गई हैं। वाइसिस मैनू नहीं लुट सकदियां, मैं रब दी थ्रोन ते बैठा, मैनू हमेशा रिगार्ड मिलता है, सारे प्यार करते ने, सारे जफ्फी पाते ने, मेरे गुण, वाह गुरु जी वाह, सो नाइस, जो हर का प्यारा सो सबना का प्यारा। जिथे जाइए लोग प्यार करन, जिथे जाइए लोग प्यार करन, जिथे जाइए लोग जफ्फी पान, जिथे जाइए लोग वेलकम करन, हर कोई मिलना चाहता हो। कमल नैन, मधुर बहन, कोट सैन संग शोभ, शोभदे हन, वो मेरा श्रृंगार बन गए ने ना। कदों? वाह गुरु जी वाह, you have granted me this vision, you have granted me how to speak, how to talk to others, how to respect others without discrimination,
without any filter. Without Hindu, Muslim, Sikh, Isai, Vitkara. Without Desi, Pardesi. Kamal Nain, Madhur Bain, Coats and Sang Sob. कहतमा जसोद जिसे जसोद की ਹੁੰਦਾ ਹੈ ਜਸੋਦ ਹੁੰਦਾ ਉਹ ਵਾਲੀ ਮਤ ਜਿਹਦੇ ਨਾਲ ਜਸ ਗॉड ਲਾਈਕ ਕੁਆਲਿਟੀਜ਼ ਵਾਲਾ ਥਾਟ ਪ੍ਰੋਸੈਸ ਅੰਦਰੋਂ ਬਾਹਰੋਂ ਕੀਰਤਨੀਆਂ ਉਹਨੂੰ ਕਹਿੰਦੇ ਨੇ ਜੇ ਜੁਗ ਚਾਰੇ ਆ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਸਾਰੇ ਇੰਦਰੀ ਗਿਆਨ ਇੰਦਰੀ ਅੰਦਰ ਦੇ ਸਾਰੇ ਜੀ ਜੰਤ ਸਾਰਾ ਰੋਮ ਰੋਮ ਪੂਰੀ ਬਾਡੀ ਅੰਦਰ ਦਾ ਸਾਰਾ ਸੰਸਾਰ ਨਾਲ ਚੱਲਦਾ ਹੈ ਕਿਉਂ ਕਿਉਂਕਿ ਚੰਗਾ ਨਾਮ ਰਖਾਇ ਕੇ ਜਸ ਕੀਰਤ ਜਗ ਲੈ ਉਹ ਇਹਦੇ ਅੰਦਰ ਆਪਣੇ ਅੰਦਰ ਦੇ ਜਗ ਆਪਣੇ ਅੰਦਰ ਦੇ ਥਾਟ ਪ੍ਰੋਸੈਸ ਵਿੱਚ ਜਸ ਕੀਰਤ ਜਗ ਲੈ ਮਤਲਬ ਉਹ ਗॉड ਲਾਈਕ ਕੁਆਲਿਟੀਜ਼ ਦੇ ਜਸ ਵਾਲੇ ਪ੍ਰੇਜ਼ ਵਾਲੇ ਰੱਬੀ ਸਿਫਤਾਂ ਵਾਲੇ ਗੁਣਾਂ ਦੇ ਨਾਲ ਜੀਂਦਾ ਹੈ ਜੇ ਨਾ ਜੀਓ ਤਾਂ ਫਿਰ ਉਹ ਮੁੜ ਕੇ ਵਾਈਸਿਸ ਵਾਲੀ ਗੇਮ ਬਣ ਜਾਂਦੀ ਹੈ ਜੇ ਤਿਸ ਨਜ਼ਰ ਨਾ ਆਵੇ ਜੇ ਆਪਣਾ ਅਲਾਈਨ ਨਾ ਕਰੋ ਮੈਂ ਅਲਾਈਨ ਕੀਤਾ ਤੁਹਾਡੇ ਨਾਲ ਵਾਹ ਕਰੂ ਤੁਹਾਡੇ ਵਿਜ਼ਨ ਦੇ ਨਾਲ ਕਹਿਤ ਮਤ ਜਸੋ ਜਿਸੇ ਉਹ ਵਾਲੀ ਮਤ ਜਿਹਦੇ ਨਾਲ ਜਸ ਵਾਲੀ ਕੀਰਤੀ ਵਾਲੀ ਗॉड ਲਾਈਕ ਕੁਆਲਿਟੀਜ਼ ਵਾਲੀ ਪ੍ਰੇਜ਼ ਵਾਲੀ ਸਿਫਤਾਂ ਵਾਲਾ ਜੀਵਨ ਬਣ ਜਾਂਦਾ ਨਾ ਮਨ ਰੂਪੀ ਉਹਦਾ ਪੁੱਤਰ ਨੂੰ ਇਹ ਵਾਲੀ ਮਤ ਦਹੀਂ ਭਾਤ ਖਾਏ ਜੀਓ ਇਹ ਈਡੀਅਮ ਹੈ ਦਹੀਂ ਭਾਤ ਖਾਏ ਜੀਓ ਖੀਰ ਖਵਾਉਂਦੀ ਹੈ ਖੀਰ ਕਿਸ ਤਰ੍ਹਾਂ ਜਦੋਂ ਮਾਂ ਬੱਚਾ ਜੰਮਦੀ ਹੈ ਮਾਂ ਆਪਣੇ ਬੱਚੇ ਨੂੰ ਚੰਗਾ ਹੋਵੇ ਮੰਦਾ ਹੋਵੇ ਉਹ ਭਾਵੇਂ ਉਹ ਉਹਨੇ ਉਹਦੇ ਉਹ ਟੈਂਪਰ ਗੰਦਾ ਹੋ ਗਿਆ ਹੈ ਭਾਵੇਂ ਉਹਦਾ ਸੁਸੂ ਨਿਕਲ ਗਿਆ ਭਾਵੇਂ ਪੋਟੀ ਨਿਕਲ ਗਈ ਹੈ ਭਾਵੇਂ ਉਹ ਨਾਤਾ ਨਹੀਂ ਹੈ ਮਾਂ ਦੁੱਧ ਪਿਲਾਉਂਦੀ ਹੈ दही भात खाए जियो खीर धार बारक जब होता क्योंकि उस वेले मन खुश हो जाता है मन खिड़ जाता है ए मां जसोद जिसे इस मन नू दही भात खाए जियो अब खवांदी है खांदा है मत जहर नहीं खवांदी ना ਜ਼ਹਿਰ ਖਵਾਉਣ ਵਾਲੀ ਹੁੰਦੀ ਹੈ ਕੁਮਤ ਸਟੈਪ ਮਦਰ ਮਤਰਈ ਮਾਂ ਪਰਤ੍ਰਿਯ ਈਵਲ ਥਾਟਸ ਵਾਲੀ ਮਾਂ ਦੁਰਮਤ ਜਿੱਥੋਂ ਮੈਟ੍ਰਿਕਸ ਆਫ ਥਾਟਸ ਗਲਤ ਆਉਂਦੀਆਂ ਨੇ उन कहते जननी जानत सुत बड़ा होता है इतना को न जान है ये दिन दिन औध घटत है जे नेगेटिव देंदी है तो पल पल मरदा है पर जे जसोद जस कीर्ति वाले गॉड लाइक क्वालिटीज वाला जीवन देंदी है तेनू खीर देंदी है ए विगसदा है खेड़े भी चाहता ओनू ए मत खीवी हो गई खीवी मत मन नू खीर घियाली वंडदी है मन खीवा हो जाता है कमल नैन मधुर बहन कोट सैन संग सोब कहत मां जसोद जिसे दही भात खाए जियो ओ चंगे गुण वंडदी है ए वाला दही भात खाए जियो ईडियम है ਅੱਗੇ ਆਂਦਾ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਇਹ ਜਿਹੜਾ ਮਨ ਦਾ ਰੂਪ ਚੜਦਾ ਹੈ ਨਾ ਦੇਖ ਰੂਪ ਅਤ ਅਨੂਪ ਅਨੂਪ ਜਿਹਦਾ ਕੋਈ ਮੈਚ ਹੀ ਨਾ ਹੋਵੇ ਅਨਮੈਚਡ
ਵਿਰਲਾ, ਐਕਸਕਲੂਸਿਵ, ਇਹ ਵਾਲਾ ਰੂਪ ਨਾ ਮਨ ਨੂੰ ਇਨਰ ਬਿਊਟੀ ਪ੍ਰਾਪਤ ਹੁੰਦੀ ਹੈ। ਮੋਹ ਮਹਾ ਮੱਗ ਪਈ, ਉਹ ਵਾਲਾ ਰਸਤਾ ਜਿਹਦੇ ਮਗਨ ਹੋ ਕੇ ਟੁਰਨ ਵਾਲੀ ਮਤ ਪ੍ਰਾਪਤ ਹੁੰਦੀ ਹੈ, ਉਹਦੇ ਨਾਲ ਹਰ ਵੇਲੇ ਅਟਰੈਕਟ ਹੋ ਕੇ ਉਸ ਵੱਲ ਟਿਊਨਡ ਰਹਿਣਾ। ਇਨ ਸਪਾਈਟ ਆਫ ਵਾਈਸਿਸ ਦੇ ਨਾਲ ਮੈਂ ਟਿਊਨਡ ਰਹਿੰਦਾ ਸੀ। ਹਮੇਸ਼ਾ ਗੁਰੂ ਦੇ ਸ਼ਬਦ ਦੇ ਨਾਲ ਚੰਗੇ ਗੁਣ ਇਸ ਮਨ ਨੂੰ ਪ੍ਰਾਪਤ ਹੋਏ। ਮਤ ਇਹ ਮੋਹੇ ਜਾਣਾ, ਮੈਂ ਮੋਹਿਆ ਜਾਂਦਾ ਸੀ ਵਾਈਸਿਸ ਤੋਂ, ਜਿਹਦੇ ਕਾਰਨ ਉਹ ਸਕੂਲ ਵਿੱਚ ਮੁੰਡੇ ਮੈਨੂੰ ਸਤਾਉਂਦੇ ਸੀ। ਪ੍ਰੋਬਲਮ ਦੇ ਜਾਲ ਤੋਂ ਛੁਡਾਇਆ। ਮੋਹ ਮਹਾ ਮੱਗ ਪਈ, ਕੰਟੀਨਿਊਸਲੀ ਅਨਇੰਟਰਪਟਿਡ ਨੌਨ ਸਟਾਪ ਵਿਜ਼ਡਮ ਨੂੰ ਪਸੰਦ ਕਰਨਾ, ਉਹਦੇ ਨਾਲ ਮੋਹੇ ਜਾਣਾ ਔਰ ਉਸੇ ਮਾਰਗ ਤੇ ਟੁਰਨਾ। ਇਹ ਮਨ, ਇਹਦੀ ਇਸਦੀ ਮਤ, ਇਹਦੀ ਸੁਰਤ ਮਤ ਹਮੇਸ਼ਾ ਫੋਕਸਡ ਰਹਿੰਦੀ ਹੈ। ਮੋਹ ਮਹਾ ਮੱਗ ਪਈ, ਕਿੰਕਨੀ ਸ਼ਬਦ ਝਨਤਕਾਰ ਖੇਲ ਪਾਏ ਜੀਓ। ਕਿੰਕਨੀ ਸ਼ਬਦ ਕੀ ਹੁੰਦਾ ਹੈ? ਕਿੰਕਨੀ ਉਹ ਜਿਸ ਤਰ੍ਹਾਂ ਛੋਟੇ ਛੋਟੇ ਘੁੰਗਰੂ ਹੁੰਦੇ ਨੇ ਨਾ, ਉਹਨਾਂ ਦੀ ਬੜੀ ਥੋੜੀ ਜਿਹੀ ਮੱਧਮ ਜੀ ਬੜੀ ਮੈਲੋਡੀਅਸ ਜੀ ਆਵਾਜ਼ ਹੁੰਦੀ ਹੈ। ਇਸ ਤਰ੍ਹਾਂ ਇਹ ਜੋਗੀ ਲਫ਼ਜ਼ ਯੂਜ਼ ਕਰਦੇ ਸੀ ਵੀ ਘੁੰਗਰੂ ਵੱਜਦੇ ਨੇ। ਤੁਸੀਂ ਕਈ ਵਾਰੀ ਸੁਣਿਆ ਹੋਏਗਾ ਵੀ ਜੋਗੀ ਨੱਚਦੇ ਨੇ, ਘੁੰਗਰੂ ਬੰਨ ਕੇ ਪੈਰਾਂ ਤੇ ਨੱਚਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਜਦੋਂ ਇਸ ਤਰ੍ਹਾਂ ਮਨ, ਸੁਰਤ ਮਤ ਬੁੱਧ ਸਾਰੇ ਟਿਊਨਡ ਹੋ ਜਾਂਦੇ ਨੇ ਨਾ, ਇਹ ਮਾਨੋ ਕਿੰਕਨੀ ਸ਼ਬਦ ਚੁਨਤ, ਇਹ ਉਹ ਛੋਟੀਆਂ ਛੋਟੀਆਂ ਘੰਟੀਆਂ, ਉਹ ਘੁੰਗਰੂ, ਉਹ ਇਕੱਠੇ ਕਰ ਲਓ, ਉਹਨਾਂ ਦੀ ਜਿਹੜੀ ਆਵਾਜ਼ ਆਉਂਦੀ ਹੈ ਨਾ, ਉਹ ਵਾਲੀ ਟਿਊਨ ਤੇ ਦੇਖ ਰੂਪ ਅਤ ਨੂਪ ਮੋਹ ਮਹਾ ਮੱਗ ਪਈ, ਕਿੰਕਨੀ ਸ਼ਬਦ ਸਤਿਗੁਰ ਦੀ ਮੱਤ, ਸੱਚ ਦਾ ਸੁਨਿਆ। ਸ਼ਬਦ ਮੀਨਸ ਸਤਿਗੁਰ, ਸਤਿਗੁਰ ਮੀਨਸ ਉਹਦਾ ਦਿੱਤਾ ਸੁਨਿਆ। ਵਾਹ, ਵਿਜ਼ਨ। ਹਰ ਜਨ ਦੇਖੋ ਸਤਿਗੁਰ ਨੈਣੀ ਦੀਆਂ ਅੱਖਾਂ। ਜਨਤ ਕਾਰ ਖੇਲ ਪਾਏ ਜੀਓ। ਕਾਰ ਖੇਲ, ਜਨਤ ਕਾਰ ਖੇਲ ਪਾਏ ਜੀਓ ਕੀ ਹੁੰਦਾ? ਅਸੀਂ ਮਨ ਕੀ ਮਤ ਦੇ ਨਾਲ ਬਗਲੇ ਵਾਲੀਆਂ ਖੇਡਾਂ ਖੇਡਦੇ ਸੀ, ਤੇ ਹੁਣ ਉਹਦੇ ਵਿੱਚ ਉਸਤਤ ਨਿੰਦਾ, ਮਾਨ ਅਪਮਾਨ, ਜਿੱਤ ਹਾਰ, ਟਗ ਆਫ ਵਾਰ ਵਾਲੀ ਗੇਮ ਦੀਆਂ ਖੇਡਾਂ ਖੇਡਦੇ ਸੀ ਅਸੀਂ। ਲੋਕ ਦਿਖਾਵਾ, ਝੂਠੀ ਇੱਜ਼ਤ ਬਣਾਉਣ ਵਾਲਾ ਦਿਖਾਵਾ। ਹੁਣ ਖੇਡ ਕਿਹੜੀ ਖੇਡਦੇ ਆ? ਹੁਣ ਜਿੱਥੇ ਵੀ ਜਾਂਦੇ ਆ ਅਸੀਂ ਖੇਡ ਖੇਡਦੇ ਆ ਵਾਈਸਿਸ ਨਾਲ ਫਾਈਟ ਕਰਕੇ ਹਮੇਸ਼ਾ ਜਿੱਤ ਪ੍ਰਾਪਤੀ, ਇਹ ਵਾਲੀ ਖੇਡ ਖੇਡਦੇ ਆ। ਵੀ ਨੈਵਰ ਲੂਜ਼, ਵੀ ਆਰ ਨੈਵਰ ਲੂਜ਼ਰ। ਵੰਸ ਵਿਜ਼ਡਮ ਕੋਲ ਆ ਗਈ ਹੈ ਨਾ, ਤਾਂ ਸਭ ਜਗ੍ਹਾ ਵਾਈਸਿਸ ਦੇ ਨਾਲ ਡੀਲ ਕਰਨ ਵਾਲੀ ਖੇਡ ਖੇਡਦੇ ਆ। ਕਿੰਕਨੀ ਸ਼ਬਦ ਚੁਨਤਕਾਰ ਖੇਲ ਪਾਏ ਜੀ, ਇਹ ਵਾਲੀ ਖੇਡ ਸਮਝ ਆ ਗਈ। ਵਰਨਾ ਮੈਂ ਭਰਮ ਜਾਣ ਵਾਲੀ ਖੇਡ, ਇਲੂਜਨ ਡਿਲੂਜਨ ਵਾਲੀ ਖੇਡ ਵਿੱਚ ਫਸ ਜਾਂਦਾ ਸੀ। ਜੇ ਮੈਂ ਜਿੱਤ ਗਿਆ ਤਾਂ ਹੰਕਾਰ, ਜੇ ਮੈਂ ਹਾਰ ਗਿਆ ਤਾਂ ਮੇਰੇ ਨਾਲ ਕਿਉਂ ਹੋਇਆ? ਜੇ ਮੈਨੂੰ ਕੁਝ ਪ੍ਰਾਪਤੀ ਹੋਈ ਹੈ, ਆਈ ਐਮ ਸਮਥਿੰਗ ਗ੍ਰੇਟ। ਜੇ ਮੈਨੂੰ ਨਹੀਂ ਹੋਈ ਹੈ, ਰੱਬ ਨੇ ਮੇਰੇ ਨਾਲ ਇੰਜ ਕਿਉਂ ਕੀਤਾ? ਨਾ ਸਾਡੇ ਨਾਲ ਇੰਜ ਕਿਉਂ ਹੋਇਆ ਹੈ? ਉਹ ਦੇਖੋ ਜੀ ਸ਼ਰਾਬੀ ਔਰ ਬਦਮਾਸ਼, ਉਹ ਤੇ ਦੇਖੋ ਕਿੰਨੇ ਸੁਖੀ ਰਹਿ ਰਹੇ ਨੇ। ਇਸ ਤਰ੍ਹਾਂ ਦੀ ਗੇਮ ਵਿੱਚ ਫਸੇ ਹੋਏ ਸੀ ਅਸੀਂ। ਹੁਣ ਖੇਡ ਖੇਡਣੀ ਆ ਗਈ ਹਰ ਵੇਲੇ। whenever vices they attack, ਜਮ ਆਉਂਦੇ ਨੇ, I can fight। ਇਹਨੂੰ ਕਹਿੰਦੇ ਵਾਹ ਜੀ ਗੁਰੂ ਜੀ ਕਮਾਲ ਹੈ, ਤੁਸੀਂ ਮੈਨੂੰ ਮਾਈਟੀ ਬਣਾ ਦਿੱਤਾ ਹੈ। ਦੇਖ ਰੂਪ ਅਤ ਨੂਪ ਮੋਹ ਮੱਗ ਪਈ, ਕਿੰਕਨੀ ਸ਼ਬਦ ਚਨਤਕਾਰ ਖੇਲ ਪਾਏ ਜੀਓ। ਅੱਗੇ ਕਹਿੰਦੇ ਨੇ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੀਟ ਸਕੇ। ਕਾਲ ਕਲਮ ਕੀ ਹੁੰਦਾ? ਸਰੀਰਕ ਡੈਥ ਦੀ ਨਹੀਂ ਗੱਲ ਚੱਲ ਰਹੀ। ਕਾਲ ਕਲਮ ਹੁੰਦਾ ਹਰ ਵੇਲੇ ਵਾਈਸਿਸ ਤੈਨੂੰ ਅਟੈਕ ਕਰ ਸਕਦੇ ਨੇ,
जिस पल भी तू विजडम दा, सच दा, सतगुर दा, वर्च्यूज दा पल्ला छड्डदा है ना, उसी वेले एक घड़ी ना मिलते तक कल युग होता। कल कल कलेश वाला, फिक्र, चिंता, डर, तौखला, खटका, मिसट्रस्ट, टॉन्टिंग, शिकवे, शिकायत, डिजायर्स पूरियां नहीं हो रही, एक्सपेक्टेशंस, ए वाली प्रॉब्लम हो जाती है ना, इनू कहते ने पल पल मरना। ए इनएविटेबल लॉ है, जे तू विजडम नहीं ना लेगा इंज हो जाता है। रब जी नहीं कर देने, तेरा जीवन इंज बन जाता है। काल कलम हुक्म हाथ, कहो कौन मेट सके। आज ये जो सिस्टम चल रहा है ना, इसको कोई मिटा नहीं सकता है। हाँ तुम्हारी मर्जी है, तुम बिना विजडम के जीना चाहते हो तो तुम्हारी मर्जी है, तुसी जिन्ना मर्जी इग्नोर कर लो विजडम नूं, तुहाडी मर्जी है। सानू समझा रहे ने, उन्होंने कहते ने कबीर टालै टोलै दिन गया व्याज बढ़न तो जाए। भैड़ियां आदतां मल्टीप्लाई होंदियां जाणगियां, जिन्ना टालेगा इग्नोर करेगा ना। कबीर टालै टोलै दिन गया व्याज बढ़न तो जाए, नार भजियो ना खत फट्टियो, भैड़ा लेखा नहीं मुक्केगा। बैड हैबिट्स हर वेले बॉदर करनगियां, वो हमेशा वो अकाउंट वधदा ही जाएगा, वो कर्जा चढ़दा जाएगा, ईवल थॉट्स दा सिर ते भार पैंदा जाएगा, लाइफ औखी औखी होंदी जाएगी, हंकारी वाली वड्डी सूंड हाथी वाली नक बन जाएगा। काल कलम हुक्म हाथ, कहो कौन मेट सके। ईस बम ज्ञान ध्यान धरत ही है चाहे जियो। ईस बम की होंदा है? ईस होंदा है ईश्वर। ईश्वर का मतलब मेरे मन की धरती का, मैनू जो ईश्वर वाली मत प्राप्त हो जाती है ना, तो मैं रिकॉग्नाइज कर सकता कि वाइसिस ने, विवेक बुद्धि प्राप्त हो गई। वाइसिस दे नाल मैनू की नुकसान होंदे ने, उहदे नाल फाइट करना आ गया। बम होंदा है ब्रह्मा। ब्रह्मा मतलब क्रिएटिव, क्रिएटिव ख्याल। उन्होंने कहते सुने है ईश्वर ब्रह्मा इंद। कहते बर्मे काड़त कड़िए, अंदर क्रिएटिव ख्याल आंदे ने। असी हिस्ट्री च किस बंदे का ना ब्रह्मा सी ओदी गल नहीं कर रहे हैं। अंदर ईश बम सच दा ज्ञान अते ट्यून्ड सुरत, हमेशा फोकस्ड, ध्यान, अलर्ट, अवेकन्ड। ईश बम ज्ञान ध्यान धरत ही है चाहे जियो। ओ वाला मन जिदी जसोद मां बनी, जिन्हें उन्होंने दही भात खवाया, जिन्हें उन्होंने मक्खन खवाया, जिन्हें उन्होंने खीर खवाई, ओदी मन की धरती हमेशा चाहती है कि मनु ए वाले गुण प्राप्त रहन, कि मैं वाइसिस वास्ते सुचेत रवां, क्रिएटिव काम करा, डिस्ट्रक्टिव ना करा। यही सारिया प्रॉब्लम्स असीं शुरू डिस्कस कीतियां सी ना, कि उस मुंडे नूं जिहड़ा स्कूल काका गया है ਉਹਨੂੰ बॉदर करते ने, ਜਿਹੜੇ बॉदर करते ने, वो प्रॉब्लम्स यही सारियां सी ना, कि डील करना नहीं आंदा सी, और मन हमेशा अट्रैक्ट होंदा सी नैगेटिव फोर्सिस वाल, नैगेटिव एनर्जीज लाइक करदा सी। पर हुण धरत ही है चाहे जियो, हुण पसंद करदा है ब्लिस, पसंद करता है एक्सटेसी, पसंद करता है चैन, पसंद करता है टिका, पसंद करता है स्टेबिलिटी, पसंद करता है मिठे बोल, पसंद करता है हलीमी वालियां, नम्रता वालियां, निर्मल अखां, कंवल नैन वालियां, मधुर बहन वालियां। वो जो मन चाहता सी ना, वो डिजायर पूरी हो गई। नानक नदरी नदर निहाल, धरती ही है चाहे जियो। हम यही चाहते थे, ये मिल गया, मेरी धरती अच्छी बन गई, ये फर्टाइल हो गया, अब इसमें फल फ्रूट लगते हैं, अच्छी फसल लगती है। थैंक गुरु जी, वाह गुरु जी वाह, यू आर ग्रेट, सो नाइस। आपने मेरे को इंसाइट दी है। इंसाइट कोई बंदा किसी को नहीं दे सकता, इस करके मिडल मैन कोई शरीर गुरु नहीं होता।
ਗੁਰਬਾਣੀ ਵਿੱਚ ਜਿਤਨੇ ਸ਼ਬਦ ਆਏ ਨੇ ਸਾਰੇ ਸ਼ਬਦ ਈਚ ਇੰਡੀਵਿਜੂਅਲ ਮੈਨ ਨੂੰ ਜਦੋਂ ਫਰਸਟ ਪਰਸਨ ਦੀ ਲੈਂਗੁਏਜ ਪੜ੍ਹੇਗਾ ਉਹਨੂੰ ਇਨਸਾਈਟ ਦੇ ਦਿੰਦੇ ਨੇ, ਉਹਦਾ ਮਨ ਉਹਨਾਂ ਦੇ ਨਾਲ ਮਰਜ ਹੋ ਕੇ ਮਨ ਹੀ ਉਹਨਾਂ ਦਾ ਗੁਰੂ ਬਣ ਜਾਂਦਾ ਹੈ, ਆਪੇ ਗੁਰ ਚੇਲਾ ਬਣ ਜਾਂਦਾ। ਸੁਰਤ ਭੈੜੇ ਪਾਸੇ ਤੋਂ ਚੰਗੇ ਪਾਸੇ ਲੱਗ ਜਾਂਦੀ ਹੈ, ਉਹ ਚੇਲਾ ਬਣ ਜਾਂਦੀ ਹੈ ਔਰ ਸਾਰੇ ਅੰਗਾਂ ਨੂੰ ਹੀ ਦੇਣੇ ਲੱਗ ਪੈਂਦਾ। ਉਹ ਅੰਦਰੋਂ ਕਹਿੰਦਾ ਜੈਸੀ ਮੈਂ ਆਵੇ ਖਸਮ ਕੀ ਬਾਣੀ तैसड़ा करी ज्ञान भी ला लो। आज मुझे तो अंदर से जैसी मत आ रही है ना वैसी मैं तुमको दे रहा हूं। उन्हें वननेस दे नाल शेक हैंड करा दिता। इन्हू कहंदे ने जैसा सतगुर सुनीदा तैसो ही मैं डीठ, विछड़िया मेले प्रभु हर दरगाह का बसीठ। उन्हें मनु मेरे इनर गॉड दे नाल मिला दिता। मर्ज हो गए, सूरज किरण मिली, जल का जल हुआ। काल कलम हुक्म हाथ कहो कौन मेट सके, ईस्ट बम ज्ञान ध्यान धरत ही है चाहे जियो। सत साच श्रीनिवास सब जगह ओमनी प्रेजेंस ऑफ गॉड। असी रब दी शरण विच हर वेले जदों असी ट्रूथफुल लिविंग नूं फॉलो करदे आ ना असी रब जी दी असी गुरु दी शरण विच सत साच ओदी ओमनी प्रेजेंस ओमनी पोटेंस नूं एक्सेप्ट कीता। सत सात श्री निवास आद पुरख सदा तू ही। मेरा मन नवा पुरख बन गया। सारे अंदर दे इंद्रे ज्ञान इंद्रे सारे अंदर दे जी जंत कह रहे ने वाह जी वाह मन जी तुसी ते कमाल कर दिती है। तुसी सतगुर नाल ही मर जाओगे। वाह तुसी सानू पटकांदे सी, ए दुरमत सानू पटकांदी सी, इल्यूजन डिल्यूजन ही चली जांदी सी। थैंक यू सत साच श्रीनिवास आदपुरख सदा तू ही। मन गुरु नाल मर्ज हो गया। गुरु मीन्स सतगुरु नाल मर्ज हो गया क्योंकि हमेशा ट्रूथफुल लिविंग दा मैसेज देता है। ते ओनू कहंदे ने वननेस विद गॉड क्योंकि वो वाला मैसेज गॉड तो आंदा है। ओनू कहंदे ने एक संत एक राम, राम जो दाता मुकत को संत जपावे नाम। सो संत मतलब वर्च्यूज, वर्च्यूज दे नाल जीवो ता गॉड नाल वननेस हो जाती है। यह प्राप्त होती है ट्रूथफुल लिविंग दे मैसेज दी टेक्नीक दे नाल जीण नाल। उन्होंने कहंदे ने सत सात श्रीनिवास आदपुरख सदा तू ही। वाह गुरु वाह गुरु वाह गुरु वाह जियो। इथों बोल बोल के फोका नहीं बोलता है, ओ इस गुणा दे जीवन दी प्रैक्टिस करदा है ते करके जदों माणदा है चढ़ै चौगण वन महसूस करदा है, ब्लिस महसूस करदा है, खेड़ा महसूस करदा है, विकास महसूस करदा है, हर वेले हैप्पीनेस महसूस करदा है। नानक भगतां सदा विकास महसूस करदा है ना, तब बार बार गुरु नूं बलिहार जांदा है और उस औच उस विजडम उस वाह उस विकास उस खेड़े की अवस्था करने। वाह जी अज दा टॉपिक मैनू इस शब्द चों इंज समझ आया कि साडा सुचज्जा जीवन बन जाता है, सारे अंग गॉड लाइक क्वालिटीज वाले बन जाते ने, साडा क्रिएटिविटी शुरू हो जाती है और असी वाइसिस तो अलर्ट हो जाते हैं। वाइसिस सारे फ्रेंड्स बन जाते हैं, कोई नेगेटिव फुरना फुरदा ही नहीं है और असी वाह वाली अवस्था विच हमेशा रहते हैं। थैंक यू सो मच। तुसी बहुत सौखे ढंग नाल समझाया, बट इस शब्द नूं सानू बार बार सुनना पेगा बिकॉज इहदी थोड़ी शब्दावली औखी हैगी है ते इहनूं समझण वास्ते सानू टाइम लगेगा ते बट जिहड़ी गल तुसी कह रहे हो ना, इट इज मोर और लेस लाइक कि असी ना वी हैव वर्क वेरी हार्ड फॉर अर्निंग लाइफ विच पैसा कमाने वास्ते बहुत हार्ड वर्क करते हैं, बट ਉਹਦੇ ਨਾਲ ਸਿਰਫ ਸਾਨੂੰ ਪੈਸਾ ਮਿਲਦਾ ਹੈਗਾ। ਬਟ ਐਕਚੁਅਲ ਵਿੱਚ ਜਦੋਂ ਅਸੀਂ ਬਾਹਰ ਜਾਂਦੇ ਆ ਕਿਸੇ ਦੇ ਮਦਦ ਕਰਨ ਵਾਸਤੇ ਜਾਂ ਕਿਸੇ ਨੂੰ ਇਹ ਦੇਖਦੇ ਆ ਕਿ ਤੈਨੂੰ ਕਿਸੇ ਚੀਜ਼ ਦੀ ਲੋੜ ਹੈਗੀ ਹੈ, ਵੀ ਸੀ ਕਿ ਪੀਪਲ ਹੂ ਆਰ ਇਨ ਨੀਡ ਉਹਨਾਂ ਨੂੰ ਲੱਭਦੇ ਆ, ਉਹਨਾਂ ਦੀ ਹੈਲਪ ਕਰਦੇ ਆ। ਤੇ ਜਦੋਂ ਅਸੀਂ ਉਸ ਤਰ੍ਹਾਂ ਦਾ ਇੱਕ ਸਪੌਂਜ ਬਣ ਜਾਂਦੇ ਆ ਜਿਹੜਾ ਹਰ ਨੈਗੇਟਿਵਿਟੀ ਨੂੰ ਅਬਜ਼ੌਰਬ ਕਰ ਲੈਂਦਾ ਹੈ ਬਿਸਾਈਡ ਆਲ ਆਡਸ, ਤੇ ਜਦੋਂ ਅਸੀਂ ਲੋਕਾਂ ਦੀ ਹੈਲਪ ਕਰਦੇ ਆ ਸੈਲਫਲੈਸ ਹੋ ਕੇ, ਤੇ
ਉਹ ਇਹ ਚੀਜ਼ ਨੂੰ ਐਕਸੈਪਟ ਕਰਨ ਕਿ ਜਦੋਂ ਪੋਜ਼ਿਟਿਵ ਵਾਈਬ ਸਾਡੇ ਅੰਦਰੋਂ ਨਿਕਲਦੀ ਹੈ ਐਂਡ that person should feel ਕਿ because of you I didn't give up in life, ਸ਼ਾਇਦ ਤਦ ਸਾਡੇ ਜੀਵਨ ਨੂੰ ਇੱਕ ਮਨੋਰਥ ਔਰ ਪਰਪਸ ਮਿਲੇਗਾ। ਤਾਂ ਇਹ ਵਾਹ ਗੁਰੂ ਵਾਲੀ ਅਵਸਥਾ ਜਿਹਦੇ ਵਿੱਚ ਸਮਾਦ ਵਿੱਚ ਆ ਕੇ ਤੁਸੀਂ ਇੰਨੇ ਇਮੋਸ਼ਨਲ ਹੋ ਗਏ ਕਿ ਸਾਡੇ ਅੰਦਰ ਉਹ ਵਾਲੀ ਵਾਹ ਗੁਰੂ ਵਾਲੀ ਅਵਸਥਾ ਹੀ ਨਹੀਂ ਆ ਪਾ ਰਹੀ ਹੈ। ਸੋ ਥੈਂਕ ਯੂ ਸੋ ਮਚ, ਤੁਸੀਂ ਉਸ ਬੱਚੇ ਦਾ ਐਗਜ਼ਾਮਪਲ ਦੇ ਕੇ ਕਿ ਵੀ ਇੱਕ ਪ੍ਰੋਟੈਕਟਰ ਦੀ ਤਰ੍ਹਾਂ ਇੱਕ ਪਾਪਾ ਜੀ ਨੇ ਉਹਨੂੰ ਬਚਾਇਆ ਤੇ ਉਹਦੇ ਵਾਸਤੇ ਉਹ ਰੱਬ ਹੀ ਸਨ, ਬਿਕਾਜ਼ ਉਹਨੂੰ ਉਸ ਟਾਈਮ ਡਰ ਲੱਗ ਰਿਹਾ ਸੀ, ਉਹਨੂੰ ਲੱਗ ਰਿਹਾ ਸੀ ਮੇਰੇ ਨਾਲ ਕੁਝ ਹੋ ਜਾਏਗਾ। ਤਾਂ ਪਾਪਾ ਜੀ ਨੇ ਜਿਹਨੂੰ ਐਜ਼ ਅ ਪ੍ਰੋਟੈਕਟਰ ਬਚਾਇਆ ਤੇ ਰੱਬ ਨੂੰ ਅਸੀਂ ਉਹਦੀ ਉਸਤਤ ਵਿੱਚ ਅਸੀਂ ਅੰਦਰੋਂ ਜਿਹੜਾ ਖੇੜਾ ਉਹਨੂੰ ਬਿਆਨ ਕਰਨਾ ਵੀ ਬੜਾ ਮੁਸ਼ਕਿਲ ਹੈਗਾ ਸੀਰੀਅਸਲੀ, ਮਤਲਬ ਇਹਨੂੰ ਵਰਡਸ ਵਿੱਚ ਲਿਆਉਣਾ ਇਟਸ ਅ ਬਿਗ ਚੈਲੰਜ। ਤੇ ਸਾਡੇ ਨਾਲ ਨਾ ਬੰਬੇ ਤੋਂ ਜਸਮੀਤ ਜੀ ਹੈਗੇ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਉਹ ਵੀ ਸਾਡੇ ਨਾਲ ਇਸ ਬਾਰੇ ਕੁਝ ਸਾਂਝ ਪਾਉਣ। ਜਸਮੀਤ ਜੀ ਪਲੀਜ਼ ਅਨਮਿਊਟ ਯੋਰਸੈਲਫ, ਤੁਸੀਂ ਕੋ-ਹੋਸਟ ਹੈਗੇ ਹੋ ਤੇ ਕੱਲ ਦਾ ਪ੍ਰੋਗਰਾਮ ਵੀ ਜੀ ਅਨਾਉਂਸ ਕਰ ਦੇਣਾ ਪਲੀਜ਼। ਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਵੈਸੇ ਬਹੁਤ ਡਿਟੇਲ ਵਿੱਚ ਸ਼ਬਦ ਦਾ ਭਾਵ ਤੇ ਖਾਸ ਕਰਕੇ ਜਿਹੜੇ ਟਰਮਸ ਨੇ ਵਾਹਿਗੁਰੂ 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 ਵਾਹ ਜੀ, ਇਹਨਾਂ ਸ਼ਬਦਾਂ ਦੇ ਨਾਲ ਇੱਕ ਲਫ਼ਜ਼ ਹੋਰ ਜੋੜਿਆ ਜਾਂਦਾ ਹੈ ਗੁਰਮੰਤਰ। ਜਦੋਂ ਮੰਤਰ ਦੀ ਗੱਲ ਕਰੀਏ, ਮੰਤਰ ਦਾ ਭਾਵ ਹੁੰਦਾ ਹੈ ਉਪਦੇਸ਼, ਸਲਾਹ। ਜਿਵੇਂ ਹੁੰਦਾ ਹੈ ਮੰਤਰੀ, ਮੰਤਰੀ ਕੌਣ ਹੁੰਦਾ ਹੈ? ਸਲਾਹ ਦੇਣ ਵਾਲਾ। ਕੀ ਦਿੰਦਾ ਹੈ? ਸਲਾਹ। ਕੀ ਦਿੰਦਾ ਹੈ? ਮੰਤਰ। ਗੁਰੂ ਸਾਹਿਬ ਇੱਕ ਚੀਜ਼ ਬਿਲਕੁਲ ਸਪਸ਼ਟ ਕਰਦੇ ਨੇ, ਗੁਰੂ ਸਾਹਿਬ ਕਹਿੰਦੇ ਨੇ ਗੁਰ ਮੰਤਰ, ਇਸੇ ਕਰਕੇ ਵਾਹ ਕਿਹਾ ਨਾ। ਹੁਣ ਜਦੋਂ ਕੋਈ ਵੀ ਚੀਜ਼ ਕਿਸੇ ਨੂੰ ਕਹੇ ਨਾ, ਜਦੋਂ ਕੋਈ ਲਫ਼ਜ਼ ਸਾਡੇ ਚੇਤੇ ਵਿੱਚ ਨਾ ਰਹਿਣ, ਸਾਡੇ ਦਿਮਾਗ ਵਿੱਚ ਨਾ ਰਹਿਣ, ਸਾਡੇ ਜ਼ੁਬਾਨ ਤੇ ਨਾ, ਅਸੀਂ ਕਹਿੰਦੇ ਹਾਂ ਵਾਓ। ਹੁਣ ਕੋਈ ਪੁੱਛਦਾ ਹੈ ਕਿ ਤੁਸੀਂ ਵਾਓ ਤੇ ਕਹਿੰਦੇ ਪਏ ਹੋ, ਪਰ ਵਾਓ ਕਿਉਂ ਕਹਿੰਦੇ ਪਏ ਹੋ? ਕੋਈ ਕਿਸੇ ਦੀ ਤਾਰੀਫ ਕਰੇ ਤੇ ਤਾਰੀਫ ਕਿਉਂ ਕਰਦੇ ਪਏ ਹੋ? ਰੀਜ਼ਨ ਹੋਣਾ ਚਾਹੀਦਾ। ਗੁਰੂ ਸਾਹਿਬ ਸਮਝਾਉਂਦੇ ਪਏ ਨੇ ਗੁਰ ਮੰਤਰ, ਜਿਸਨੂੰ ਮੈਂ ਵਾਹ ਕਹਿੰਦਾ ਪਿਆ, ਸਲਾਹ ਹੈ, ਜੋ ਉਪਦੇਸ਼ ਜੋ ਮੇਰੇ ਮਨ ਤੇ ਮੈਂ ਲੈ ਕੇ ਆਉਣਾ ਹੈ। ਗੁਰੂ ਸਾਹਿਬ ਕਹਿੰਦੇ ਪਏ ਨੇ ਗੁਰ ਮੰਤਰ ਹੀਨस्य ਜੋ ਪ੍ਰਾਣੀ। ਜਿਹੜਾ ਮਨ ਉਸ ਸਲਾਹ ਨੂੰ ਪਿੱਠ ਦਿੰਦਾ ਪਿਆ, ਸੱਚੇ ਸੁਨੇਹੇ ਨੂੰ ਐਕਸੈਪਟ ਨਹੀਂ ਕਰਦਾ ਪਿਆ। ਵੈਸੇ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਪੂਰੀ ਬਾਣੀ ਮਨੁੱਖੀ ਮਨ ਨੂੰ ਪੁਕਾਰਦੀ ਪਈ ਹੈ, ਮਨੁੱਖੀ ਮਨ ਨੂੰ ਸੰਬੋਧਨ ਹੈ, ਉਸ ਮਨ ਨੂੰ ਨਾ ਵੱਖ-ਵੱਖ ਅੰਦਾਜ਼ ਵਿੱਚ, ਵੱਖ-ਵੱਖ ਟੈਕਨੀਕਸ ਨਾਲ ਪੁਕਾਰਿਆ। ਕਦੀ ਮਨੁੱਖੀ ਮਨ ਨੂੰ ਦੇਖਿਆ ਕਿ ਜਦੋਂ ਮਨੁੱਖੀ ਮਨ ਬੜਾ ਉੜਦਾ ਹੈ, ਬਾਹਰ ਜਾਂਦਾ, ਤੇ ਗੁਰੂ ਸਾਹਿਬ ਇੱਕ ਚੀਜ਼ ਬਿਲਕੁਲ ਸਪਸ਼ਟ ਕਰਦੇ ਨੇ। ਕਬੀਰ ਸਾਹਿਬ ਕਹਿੰਦੇ ਪਏ ਨੇ, ਕਬੀਰ ਮਨ ਪੰਖੀ ਪਇਓ, ਉੱਡ ਉੱਡ ਦਾਨ ਦੇ ਸੁਝਾਏ। ਮਨ ਟਿਕਦਾ ਨਹੀਂ ਪਿਆ, ਉਸ ਕਰਕੇ ਉਸ ਮਨ ਨੂੰ ਪੰਖੀ ਕਿਹਾ। ਜਦੋਂ ਮਨ ਦੀ ਹਾਲਤ ਵੇਖੀ, ਇੱਕ ਖੋਤੇ ਦੇ ਵਾਂਗ ਹੈ, ਉਸ ਉੱਤੇ ਚੰਦਨ ਤੇ ਰੱਖਿਆ ਹੋਇਆ ਹੈ, ਪਰ ਚੰਦਨ ਦਾ ਅਸਰ ਨਹੀਂ ਕਬੂਲਦਾ। ਫਿਰ ਉਸ ਮਨ ਨੂੰ ਖੋਤਾ ਵੀ कहता, ਮਨ ਖੁਟਹਰ ਤੇਰਾ ਨਹੀਂ ਬਿਸਾਸ, ਤੂੰ ਮਹਾ ਉਦਮਾਦਾ ਖਰਕਾ ਪੈਂਕਰ ਤੋਂ ਛੁਟੇ ਜੋ ਉੱਪਰ ਲੱਦਾ। ਫਿਰ ਜਦੋਂ ਇਸ ਮਨ ਨੂੰ ਦੇਖਿਆ, ਮਨ ਬੜੀ ਚਤੁਰਾਈਆਂ ਕਰਦਾ ਹੈ, ਚਲਾਕੀਆਂ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਪਏ ਨੇ ਇਹ ਮਨ ਚੰਚੁਲਾ ਚਤੁਰਾਈ ਕਿਨੇ ਨਾ ਪਾਇਆ। ਜਦੋਂ ਇਹ ਮਨ ਬੜਾ ਅਹੰਕਾਰੀ ਹੋਇਆ ਬੈਠਾ ਹੈ, ਤੇ ਗੁਰੂ ਸਾਹਿਬ ਨੇ ਫਿਰ ਸਪਸ਼ਟ ਕਰ ਦਿੱਤਾ, ਮਨ ਤੂੰ ਗਾਰਬ ਅਟਿਆ, ਗਾਰਬ ਲਦਿਆ ਜਾਏ। ਜਦੋਂ ਇਹ ਦੇਖਾ ਕਿ ਮਨ ਆਪਣਾ ਸਹਿਜ ਦਾ, ਨਿਜ ਦਾ ਘਰ ਛੱਡ ਕੇ ਬਾਹਰ ਭਟਕਦਾ ਪਿਆ ਹੈ, ਇਹ ਪਰਦੇਸੀ ਬਣ ਚੁੱਕਿਆ ਹੈ, ਫਿਰ ਇਸ ਮਨ ਨੂੰ ਕਿਹਾ, ਮੇਰੇ ਮਨ ਪਰਦੇਸੀ ਵੇ ਪਿਆਰੇ, आओ करे वापस घर पे आ जाना, क्यों बाहर भटक रहे? सारी कैपेबिलिटी, सारी कैपेसिटी तेरे अंदर थी, तू बाहर भटक रहा था। क्यों तेरे अंदर थी? क्योंकि गुरु साहब फिर स्पष्ट कर दे पे ने, मन तू ज्योत स्वरूप है, अपना मूल पहचान, तू अपनी असली की पहचान करना, तेरे अंदर क्या है क्या नहीं है। ਇਹ ਚੀਜ਼ਾਂ ਸਮਝੀਆਂ ਕਿ ਗੁਰੂ ਸਾਹਿਬ ਸਾਡੇ ਮਨ ਨੂੰ ਵੱਖ-ਵੱਖ, ਕਦੀ ਪਿਆਰਿਆ, ਇਹ ਮਨ ਪਿਆਰਿਆ ਕਹਿ ਕੇ ਪੁਕਾਰਦੇ ਨੇ, ਕਦੀ ਚੰਚਲਾ ਕਹਿ ਕੇ ਪੁਕਾਰਦੇ ਨੇ। ਇਸ ਮਨ ਦੀ ਗੱਲ ਚੱਲਦੇ ਪਏ ਨੇ, ਤੇ ਗੁਰੂ ਸਾਹਿਬ ਇਧਰ ਕਹਿੰਦੇ ਪਏ ਨੇ ਗੁਰ ਮੰਤਰ ਹੀਨस्य ਜੋ ਪ੍ਰਾਣੀ। ਜਦੋਂ ਮੇਰੇ ਮਨ ਨੇ ਇਸ ਉਪਦੇਸ਼ ਨੂੰ ਪਿੱਠ ਦਿੱਤੀ, ਬਾਹਰਲੀ ਤੌਰ ਤੇ ਮੈਂ ਕਿਹਾ ਵਾਹ ਵਾਹ,
पर जदों वो इंप्लीमेंट करन दी गल आई, मेरे अंदर इन्फॉर्मेशन ते आ गई पर जिंदगी जीन दा चज नहीं आया, नॉलेज नहीं आई, तो मैं बाहरों मुखों ते वाह वाह क्या पर गल्ली जोग ना हुई, गल्लां नाल मिलाप हो नहीं सकता। हुण क्यों नहीं हो सकता? क्योंकि गुरु साहब स्पष्ट करते हैं, गुरु साहब कहते हैं गुर मंत्र हीनस्य जो प्राणी त्रिगंत जन्म प्रश्चना। जीवन पता क्यों जाए, मुखों ते वाह वाह क्या, पर जदों वो वाह जिंदगी चों नजर नहीं आया, तेरी करनी ते बोलनी, जिन्हों फरीद साहब कच्चा किरदार कहते हैं, जिन मन होर मुख होर से कांडे कच्चिया कहते हैं, वो हालत हुई। पता है जिंदगी क्यों जी है? गुरु साहब कहते हैं गुर मंत्र हीनस्य जो प्राणी त्रिगंत जन्म प्रश्चना कुकरा सुकरा गर्दबा काका सरपना तुलखला। तेरी हालत ना एक मूर्ख कां, मूर्ख खोता, मूर्ख सुअर, मूर्ख कुत्ते वांग। हद हो गई। एक मनुखी मन जिसने ओ वाह नूं अपने मन, अपनी रहनी, अपनी करनी विच नहीं लेके आ सकिया, उदी हालत कां, कुत्ते, गधे, वो भी तुलखला एक मूर्ख कां, कुत्ते, सुअर वांगे। क्यों? गुरु साहब कहते पने जिहड़ा कां हुंदा है ना, अंदरों भी काला बाहरों भी काला। कां नूं गंदगी ही पसंद है। कां दे अगे तुसीं हीरे मोती रख दो, कां गंदगी ते ही मुंह मारेगा। कां हर वक्त कां 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 करदा रहेगा, उहदी आवाज कोई ज्यादा देर सुन नहीं सकता। भलिया पुरखा, जदों तू बाहरली तौर ते क्या कि रब बड़ा चंगा है, रब बड़ा बड़ा है, गॉड इज ग्रेट, पर जदों वो तेरी जिंदगी चों नजर नहीं आ रहा, तू हर जगह बस केवल कहन लई बैसी जा रहा, हर जगह अपने आप की वडियाई अखवाना चाहता है, तेनों सच्चियां अच्छियां चीजां चंगियां नहीं लगदी पियां। हुण मूर्ख कां वांग होया कि नहीं होया? जदों एक कुत्ते की गल कही, हुण कुत्ता तू बन सकदा सी एक वफादार कुत्ता भी, पर तू केड़ा कुत्ता बन गया? हुण तू कुत्ता बनना सी कबीर कुकर राम को वाला, पर तू केड़ा कुत्ता बन गया? द्वारे द्वार स्वान ज्यों डोलत ना सुध राम भजन की। हुण तू ओ ग्रीडी डॉग वाला कुत्ता बन गया। स्कूल चों ही ग्रीडी डॉग की कहानी सुनी जरूर, बट ऐ सोचिया कि ये ग्रीडी कुत्तियां की गल चलती पई है, ऐ ना समझ सकिया कि वो मेरे ग्रीडी मन कुत्ते की गल चलती पई है कि ये देखो जद देखो ये बाहर पटकदा पे कुकरा सुकरा गर्दबा। हुण गधे का की निशानी है? गधे दे उत्ते ना वैसे एक कहानी आंदी है नसरुद्दीन दी। हुण कहानी आंदी है कि उन्होंने किसी ने आके ना भी मजाक किया कि तू ना इन्ने बंदियां नूं पढ़ाता, तेरे कोल एक खोता है, इनू भी पढ़ाते, सारे बच्चों तो पढ़ाता, देख कित्थे पहुंच गए, तू अपने खोते नूं भी पढ़ा दे। ते अगों नसरुद्दीन जवाब देंदा है कि ना मैं जानबूझ के नहीं पढ़ाया, मेरे अंदर एक कैपेबिलिटी है, मैं पढ़ा ते जरूर सकदा, पर पता मैं क्यों नहीं पढ़ाया? कहते मैं जिस नूं पढ़ा दिंदा ना, वो जिंदगी दे विच अगे बच जांदा, मेरे नाल नहीं रहिंदा, मेरा भार नहीं चुकदा। अगर मैं इस खोते नूं भी सिक्ख्या देती ना, समझ देती, इस खोते ने भी बिना मतलब मेरा भार नहीं चुकना, एक खोता अनपढ़ है इस करके मेरा भार चुकदा है। जद तक सानू अपने अंदर निजगर वाले रब जी का एहसास नहीं होया, तद तक बाहरली तौर ते साडे दिलो दिमाग में जो बोझ पाया जाएगा, असी और चुकते रहेंगे, असी मानसिक आजाद होके मन तू जोत स्वरूप है पढ़ांगे, पर अपना मूल पछाणांगे नहीं। इस करके गुरु साहब कहते पे ने, वो भलिया पुरखा, तेरी जो अवस्था बन चुकी है वो क्यों बन चुकी है? क्योंकि तेरी हालत है कुकरा सुकरा गर्दबा काका सरपना तुलखला। तेरी हालत एक सप वांग हो चुकी है। सप ना बाहरली तौर ते भावें स्किन ला दे, भगत जी कहते ने साप कुंच छोड़े बिख नहीं छाड़े। सप ने स्किन ला दी है, मतलब ऐ ना समझी ਉਹਦੇ अंदर दा जहर नहीं। तू बाहरली तौर ते बड़ा धार्मिक लिबास ते पा लैंदा है, बट जो तेरी अंदर दी जहर है वो अज भी बरकरार है। तेरे अंदर दी टॉलरेंस कैन मात्र है, पर जदों ही कोई चीज आके तेनों कह जाए किवें अग लगदी है पता लगदा है। तेरी हालत बाहरली तौर ते तू पूरा धार्मिक बाना पा लिया, पर गुरु साहब ने कहता लोका वे हो सूही सूहा वेस करी, वेसी शह ना पाइया, वेस धारण करके थोड़ा के रब्बी मिलाप हो सकदा सी। इस करके गुर ए तेरी हालत बनी क्योंकि तू गुर मंत्र तू सखना सी, गुर मंत्र हीनस सी। जदों तू सलाह लै ली, तेरी जिंदगी दे विच वो एक चेंज आएगा। जो तेरी जिंदगी दे विच चेंज आया वो तू बयान नहीं कर पाएगा। जब तू बयान नहीं कर पाएगा तो इको वर्ड निकलता है, वाह हे गुर,
मैं हुण वाह ना आखां ते की आखां। क्यों वाह ना आखां? जदों मैं अपनी जिंदगी विच झात मारदा हां, मैं अज तक कां वांग, कुत्ते वांग, गधे वांग, सप वांग जींदा आया। अज मैनू पता लग्या इंसानी जिंदगी हुंदी की है। हुण जदों मैनू पता लग्या हुण मैं वाह आखां ते किवें ना आखां। जदों यह चीज समझ आ गई तो उस आखन का भाव ना भाई साहब बिल्कुल स्पष्ट कर देने। भाई साहब कहते पे पूछत पथिक तह मार्ग ना तारे पग, प्रीतम के देश कैसे बातन से जाए। एक बंदा राह ते खड़ा सी, सामने दूजा बंदा आया, पुछदा मैं इस एड्रैस ते जाना है। वो बंदा कहता है कि उन्हें दसिया कि यह राह तेनू लै जाएगा। उन्हें कहा थैंक यू। दसन वाला चलदा बनया, पुछन वाला उत्थे खड़ता है। पुछना गुनाह नहीं, दसना गुनाह नहीं, पुछ के दस के उत्थे खड़े रहना गुनाह है। दूजा बंदा आया, फिर हाथ दिता, रोकिया, उन्हें वही चीज पूछी कि मैं इस जगह ते जाना है, केड़ा राह लेके जाएगा। उन्हें भी वही दसिया कि यह राह लै जाएगा। वो दस के चलदा बनया, पुछन वाला उत्थे खड़ोता है। भाई साहब कहते पे पूछत पथिक तह मार्ग ना तारे पग, पूछया जरूर पर उस रस्ते ते चलिया नहीं। प्रीतम के देश कैसे बातन से जाइए। नीरियां गल्लां कीतियां रब्बी मिलाप नहीं हो सकता, क्योंकि गल्लां दा खेल नहीं, एक खेल सारी करनी ते खड़ी है। गल्ली जोग ना हुई। दूजी उदाहरण भाई साहब देंदे ने, पूछत है वैद खात औखत ना संजम से। शरीर विच कमजोरी महसूस हुई, डॉक्टर को गया, डॉक्टर ने कहा ए परहेज रख, ए दवाई खा, ठीक लग जा हो जाएगा। असी क्या थैंक यू वेरी मच। घर पहुंचे ते असी क्या कि घट्टो घट जलेबियां नाल गुलाब जामुन ते चाहिए ही ने। थैंक यू जरूर क्या, गल मनी ना। गुरु को पूछया जरूर, गुरु ने क्या ए कम ना कर, परहेज रख ले, ए कम कर ले, दवाई खा ले। पूछत है वैद खात औखत ना संजम से। मुंह ते क्या हे गुरु तू धन है, पर वो दवाई खाई नहीं। पूछत है वैद खात औखत ना संजम से, कैसे मिटे रोग। दस तेरा रोग किवें दूर होएगा। गुरु नू क्यों दोष दिंदा पे, वो भलिया पुरखा गलती ते तेरी सी, कैसे मिटे रोग सुख सहज समाइए। तीजी एग्जांपल देंदे ने, पूछत सुहागन कर्म है दुहागन के, हृदय विचार कत सेजा बुलाइए। एक जीव स्त्री दूजी जीव स्त्री तो पुछ लिया तेरे घर विच इतनी शांति इतना सुकून किवें। उन्हें दसिया ए तेरे पहने वेस कर, ए वाला निमन सोखर खमन गुण जेबा मनिया मन। अपनी जिंदगी दे विच क्वालिटीज लिया, क्वालिटी सुनिया, उन्होंने थैंक यू भी किया। पर जदों वो ट्रांसफॉर्मेशन लेके आने लई तैयार ना होए ना, फिर भाई साहब अखीर विच फैसला सुनांदे ने। भाई साहब कहंदे ने गाए सुने आंखें मीचे पाइए ना परम पद। कीर्तन हो रहा है अखां बंद, असीं इस तरह झूम रहे होंगे। कथा हो रही है भावें अखां खुल जाण, असीं इस तरह झूम रहे होंगे। लगता है कि इस तो बाद अज जिन्ना बंदा सुधर गया कभी नहीं सुधरेगा। पर असल हालात पता लगते जदों असीं गुरुद्वारे तो बाहर निकले। अखां ते बंद सी, गुरु कहंदा पे अखां मेट ना अखां खोल, जिसनों तू वाह कहंदा पे तेरी जिंदगी चों नजर आए। गुरु कहंदे भाई साहब कहंदे ने गाए सुने आंखें मीचे पाइए ना परम पद। कद तक गुर उपदेश गहे जो लो ना कमाइए। खेल सारी कमाई ते खड़ी है। जदों कमाई कीती ए कां सूअर गधे सप वाली बिरती तू उठ के, मैं मानुख मन वाली बिरती तू उठ के, जदों गुरमुख इंसानियत कर्म आ गए, जो जिंदगी दे विच चेंज आया ते मुंह इक्को एक लफ्ज निकलदा है, वाह गुरु वाह गुरु वाह गुरु वाह जियो। वीर जी ने इतने डिटेल विच ए पूरा शब्द सानू समझाया है। मैं बस अखीर विच क्योंकि ना इन्हां लफ्ज नूं लैके असीं बहुत वारी बहसे जांदे हैं। कपूर एक चीज बड़ी प्यारी लिखदा है। कपूर लिखता है जिधर बहस शुरू हो जाए उधर सोच खत्म हो जाती है। ਅਸੀਂ बस बहसन तक खड़े हाँ, सोचन तक नहीं खड़े। जदों बहस करनी छड़ दिती, सोच तक आ गए, अपनी जिंदगी तक आ गए। जिन्हों भगत रविदास कहते पे ने, कहो रविदास भयो जब लेखो। मैं अपना लेखा करना शुरू करता, फिर मैं जो अज तक मैले कपड़े लोगों के धोंदे आया, निंदिया करता रहा, वो दुनिया नाल बिना मतलब की बहस करता रहा, वो मैं करना मैं अज छड़ दांगा। वीर जी ने इतनी डिटेल में समझाया, बहुत ही प्यारे अंदाज में पूरा शब्द समझ आया। बहुत बहुत मेहरबानी। असी कल सवेरे भी वीर जी ने विचार करनी है। जुझार वीर जी कैसे दस देना। जुझार वीर जी प्लीज आप लिंक अगर शेयर कर दोगे। कल सवेरे वीर जी ने कबीर साहब का एक बड़ा प्यारा शब्द, हमारे कुल कौने राम प्यो जबकि माला लई निपूते तप ते सुख ना प्यो। वीर जी ने उस शब्द ते सवेरे 11:15 ਤੋਂ ਵਿਚਾਰ ਆਰੰਭਣੀ ਹੈ ਤੇ ਤੁਹਾਨੂੰ ਅਸੀਂ ਸਾਡੀ ਹਰ ਸੰਡੇ ਕਲਾਸ ਲੱਗਦੀ ਵੀਰ ਜੀ ਵੀ ਆਉਂਦੇ ਨੇ। ਵੀ ਵਿਲ ਆਲ ਬੀ ਵੀ ਆਰ ਵੈਰੀ ਵੈਰੀ ਹੈਪੀ ਕਿ ਵੀਰ ਜੀ ਉੱਥੇ ਆ ਕੇ ਸ਼ਬਦ ਦੇ ਅਰਥ ਕਰਨਗੇ। तो कल सवेरे आप सब ਨੂੰ ਫਿਰ ਸਾਰਿਆਂ ਨੂੰ ਮਿਲਾਂਗੇ। इन्ने बचन परवान
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੁਝਾਰ ਜੀ। ਮੈਂ ਲਿੰਕ ਤੁਹਾਡੇ ਪ੍ਰੋਗਰਾਮ ਦਾ ਚੈਟ ਵਿੱਚ ਸ਼ੇਅਰ ਕਰ ਦਿੱਤਾ ਤੇ ਪੋਸਟਰ ਵੀ ਮੈਂ ਡਿਸਪਲੇ ਕਰ ਦਿੱਤਾ ਸੀ। ਸੋ ਸਾਡੇ ਨਾਲ ਵਿੰਦਰੀ ਭੂਆ ਜੀ ਵੀ ਜੁਆਇਨ ਕਰ ਚੁੱਕੇ ਨੇ। ਵਿੰਦਰੀ ਭੂਆ ਜੀ ਪਲੀਜ਼ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰੋ ਐਂਡ ਅੱਜ ਦੇ ਟੌਪਿਕ ਬਾਰੇ ਪਲੀਜ਼ ਸਾਡੇ ਨਾਲ ਸਾਂਝ ਪਾਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਇਹ ਵਿਗਾਸ ਕੀ ਹੈ? ਵਿਗਾਸ is the bliss, ਵਾਹ, the ecstasy, the enlightenment, the ਚੜ੍ਹਦੀ ਕਲਾ। The walk is the guru that takes us from darkness to light. ਜਦੋਂ ਵੀ ਸਾਨੂੰ ਕੋਈ ਹਨੇਰੇ ਤੋਂ ਸਾਨੂੰ ਉਜਾਲੇ ਵਿੱਚ ਲੈ ਜਾਂਦਾ, from ignorance to intelligence, ਜਦੋਂ ਸਾਨੂੰ ਭੁਲੇਖਿਆਂ ਤੋਂ ਕੱਢ ਕੇ ਸਾਨੂੰ ਅਸਲੀਅਤ ਦਿਖਾ ਦਿੰਦਾ ਹੈ, ਜਦੋਂ ਅਸੀਂ ਦੁਨੀਆ ਦੇ ਵਿੱਚ ਇੰਨੀ ਇੱਕ ਮਨਮੁਖ ਤੋਂ ਗੁਰਮੁਖ ਚਲਾ ਜਾਂਦਾ ਹੈ। So what we say, that transformation, that feeling is the ecstasy. ਉਹ ਜਿਹੜੀ feeling ਹੈ is the ਵਾਹ, that is the celebration, ਉਹੀ ਸਾਡਾ ਚੜ੍ਹਦੀ ਕਲਾ, that is the bliss, that is the ਵਿਗਾਸ। ਔਰ ਉਹ ਕਿੰਝ ਪਹੁੰਚਦੇ ਹਾਂ, ਇਸ ਵਾਹ ਤੇ ਕਦੋਂ ਪਹੁੰਚਦੇ ਹਾਂ? ਉਹ ਜਿਹੜੀਆਂ ਚੀਜ਼ਾਂ ਸਾਨੂੰ ਡਾਰਕਨੈਸ ਟੂ ਲਾਈਟ ਵਿੱਚ ਲੈ ਕੇ ਜਾਂਦੇ ਹਨ, from ਗੂ to ਰੂ। ਸੋ ਜਦੋਂ ਵੀ ਸਾਡੇ ਮਨ ਦੇ ਅੰਦਰ ਕੂੜ ਹੈ, ਸੁਣੀਏ ਦੁੱਖ ਪਾਪ ਕਾ ਨਾਸ। ਇਹ ਜਿਹੜਾ ਦੁੱਖ ਪਾਪ ਹੈ ਨਾ, ਜਿਤਨੇ ਸਾਡੇ ਦੁੱਖ ਹਨ, ਸਾਡੇ ਵਾਈਸਿਸ ਐਂਡ ਨੈਗੇਟਿਵ ਥਾਟਸ ਹਨ, ਜਿਹੜੇ ਪੂਰੇ ਅੰਦਰ ਸ੍ਰਿਸ਼ਟੀ ਦੇ ਅੰਦਰ ਬਣੀਆਂ ਹੋਈਆਂ, ਸਾਡੇ ਰੋਮ ਰੋਮ, ਸਾਡੀਆਂ ਇੰਦਰੀਆਂ ਉਹਨਾਂ ਵਿੱਚ ਭਿੱਜੇ ਹੋਏ ਨੇ, ਹੁਣ ਇਹਨਾਂ ਦਾ ਨਾਸ਼ ਹੁੰਦਾ ਹੈ। ਕਿੰਝ ਨਾਸ਼ ਹੁੰਦਾ ਹੈ? ਸੁਣੀਏ। ਕਿ ਸੁਣੀਏ ਦਾ ਅਰਥ ਹੈ ਕਿ ਜਿਸ ਦਿਨ ਸਾਨੂੰ ਉਸ ਇੱਕ ਦਾ, ਉਸਦੇ ਹੁਕਮ ਦਾ, ਉਸਦੇ ਗੁਣਾਂ ਨੂੰ ਪੂਰੀ ਤਰ੍ਹਾਂ ਮਨ ਸਮਝ ਕੇ ਉਸ ਮਾਰਗ ਤੇ ਚੱਲ ਪੈਂਦਾ ਹੈ, ਤੇ ਸਾਰੇ ਦੁੱਖ ਪਾਪ ਕਾ ਨਾਸ। That transformation, it is an enlightenment. ਸਾਡੇ ਇੱਕ ਇੱਕ ਰੋਮ, ਸਾਡੇ ਅੰਦਰ each and every cell, ਕਹਿੰਦੇ ਨਾ ਕਿ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਸਾਡੇ ਅੰਦਰ that ਵਰਸ ਰਿਹਾ ਹੈ। That is the enlightenment, that is the bliss, that is the ਚੜ੍ਹਦੀ ਕਲਾ, that is the celebration, that is the ਵਿਗਾਸ, that is wow. So just doing a ratification of Vaheguru, Vaheguru does not bring us to this level at all. These are just capsules for us. ਕਿ ਅਸੀਂ ਸੋਚਦੇ ਸੀ ਕੈਪਸੂਲਸ ਲੈ ਲਿੱਤੇ ਤੇ ਅਸੀਂ ਉਸ ਬਲਿਸ ਵਿੱਚ ਪਹੁੰਚ ਜਾਵਾਂਗੇ। ਨੋ, ਜਦ ਤੱਕ ਤੁਸੀਂ ਮਨ ਦੇ ਤਲ ਦੇ ਉੱਪਰ ਕੰਮ ਨਹੀਂ ਕਰੋਗੇ, you cannot attain this wow. You cannot attain this ecstasy. You cannot attain this vigas, this bliss, this celebration, this chardika. You cannot attain. You can only attain जिस दिन ਅਸੀਂ ਆਪਣੇ ਮਨ ਦੇ ਉੱਪਰ ਪੂਰੀ ਤਰ੍ਹਾਂ ਕਮਾਈ ਕਰਾਂਗੇ, ਅਸੀਂ ਮਨ ਨੂੰ ਉੱਪਰ ਨਾਮ ਨੂੰ ਸੋਧਾਂਗੇ, ਉਹਦੇ ਗੁਣਾਂ ਨੂੰ, ਨਾਲ ਨਾਲ ਗੁਣਾਂ ਦੇ ਨਾਲ ਮਨ ਉਸ ਪਾਸੇ ਟੁਰ ਪਏਗਾ, ਸਾਰੇ ਇੰਦਰੀਆਂ ਨੂੰ ਕੰਟਰੋਲ ਵਿੱਚ ਕਰ ਲੇਗਾ, ਸਾਰੇ ਵਾਈਸਸ ਨੂੰ ਡਿਸਟਰਕਸ਼ਨ ਤੋਂ ਕੰਸਟਰਕਸ਼ਨ ਵਿੱਚ ਲੈ ਜਾਏਗਾ। He will attain this bliss. ਤਦ ਹੀ ਮੂੰਹ ਤੋਂ ਨਿਕਲੇਗਾ ਵਾਹ। ਜਦੋਂ ਅਸੀਂ ਕੋਈ ਚੀਜ਼ ਪ੍ਰੈਕਟਿਸ ਕਰਦੇ ਹਾਂ ਇਨ ਲਾਈਫ ਲਈ, when we are connected to the world, ਜਦੋਂ ਵੀ ਕੋਈ ਸਿਸਟਮ ਆਉਂਦਾ ਹੈ, ਜਦੋਂ ਅਸੀਂ ਕਿਸੇ ਨੂੰ ਮਾਫ ਕਰ ਦਿੰਦੇ ਹਾਂ, whenever we have a love for someone, ਸਾਡੇ ਅੰਦਰ ਦੀ ਇੱਕ ਐਸੀ bliss ਉੱਠਦੀ ਹੈ ਕਿ where we say ਵਾਹ, because we can see that oneness. Seeing the oneness doesn't mean seeing the oneness ਕੋਈ ਇੱਕ naked eye ਤੋਂ, that seeing the oneness is an experience. ਜਦੋਂ ਸਾਡੇ ਰੋਂਟੇ ਖੜੇ ਹੋ ਜਾਣ, that's a bliss, ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, because this is the mechanism of the body. ਜਦੋਂ ਇਹ bliss ਆਉਂਦੀ ਹੈ, ਸਾਡੇ each and every cells, all the protons and the neutrons are moving in a very fast speed. When they move in a speed, then every cell secretes out a type of a fluid. Every cell secretes out a fluid. That is the fluid that gives us the bliss. This is the mechanism of our body. So, Vaheguru ਅਸੀਂ ਬੜੇ ਆਮ use ਕਰ ਲੈਤਾ ਹੈ, but no, don't use shortcuts. ਕਮਾਈ ਕਰੋ ਅੱਖਾਂ ਖੋਲ ਕੇ, handle each and every situation, and when you pass the situation, you say, wow,
then that is going to be a celebration. And this celebration, this ecstasy should be always there with you. Always there with you. So in a ਭੁਲੇਖਿਆਂ ਤੋਂ ਸਾਨੂੰ ਨਿਕਲਣਾ ਪਏਗਾ। ਫਿਰ ਕਹਿੰਦੇ ਨੇ ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਕਿ ਉਹਦੇ ਸਾਰੇ ਉਸਦੇ ਗੁਣਾਂ ਨੂੰ ਸਮਝ ਕੇ, ਉਸਦੇ ਹੁਕਮ ਨੂੰ, ਉਸਦੇ ਸਿੱਖਿਆ ਨੂੰ ਸਮਝ ਕੇ ਮਨ ਚੱਲ ਪਿਆ ਤੇ ਅੰਦਰ ਦੀ ਸਾਰੀ ਸ੍ਰਿਸ਼ਟੀ ਬਦਲ ਜਾਏਗੀ। All your protons and neutrons are going to move in a speed. This ਦੇ ਵਿੱਚ ਉਹ ਕਹਿੰਦੇ there will be a bliss, there will be a va, there will be chardi kala, there will be vigas, and there will be a celebration 24 hours. I think Virji has already spoken a lot and he's given a very clear thing, very clear. So I think I just added a little bit. Thank you. Vaheguru Ji ka Khalsa, Vaheguru Ji ki Fateh. Thanks a lot. Thanks. Thanks a lot. ਤੁਸੀਂ ਬਹੁਤ ਨਾਈਸਲੀ ਔਰ ਬੜੇ ਈਜ਼ੀ ਵੇ ਚ ਸਾਨੂੰ ਐਕਸਪਲੇਨ ਕੀਤਾ ਕਿ ਜਿਹੜੀ ਜਦੋਂ ਤੱਕ ਉਹ ਜੀਵਨੀ ਦਾ ਹਿੱਸਾ ਨਹੀਂ ਬਣੇਗਾ ਉਹ ਵਾਹ ਵਾਲੀ ਐਕਸਟੈਸੀ ਵਾਲੀ ਅਵਸਥਾ ਸਾਡੇ ਅੰਦਰ ਆਏਗੀ ਨਹੀਂ। ਸੋ ਗੁਰੂ ਸਾਹਿਬ ਕਹਿੰਦੇ ਨੇ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ। ਸੋ ਹਰ ਇੱਕ ਚ ਘੱਟ ਘੱਟ ਮੈਂ ਹਰਜੂ ਬਸੇ ਦਿਖੇਗਾ ਤਾਂ ਉਹ ਵਾਹ ਵਾਲੀ ਅਵਸਥਾ ਆਏਗੀ। ਮਤਲਬ ਉਹਨੂੰ ਜਦੋਂ ਅਸੀਂ ਫੀਲ ਕਰਾਂਗੇ ਕਿ ਰਾਖਾ ਇੱਕ ਹਮਾਰਾ ਸਵਾਮੀ ਕਿਵੇਂ ਹੈਗਾ, ਉਠਤ ਸੁਖਿਆ ਬੈਠਤ ਸੁਖਿਆ ਕਿਵੇਂ ਉਹਨੂੰ ਮਾਣਨਾ ਹੈ, ਤੇ ਉਹ ਵਾਲੀ ਐਕਸਟੈਸੀ ਵਾਲੀ ਅਵਸਥਾ ਆਪਣੇ ਆਪ ਸਾਡੇ ਅੰਦਰ ਆਏਗੀ। ਥੈਂਕ ਯੂ ਸੋ ਮਚ ਜੀ। ਇੱਕ ਸਾਡੇ ਨਾਲ ਰਜਿੰਦਰ ਸਿੰਘ ਜੀ ਜੁੜੇ ਹੋਏ ਨੇ ਬੜੀ ਦੇਰ ਦੇ। ਹੀ ਵਾਂਟਸ ਟੂ ਆਸਕ ਸਮ ਕੁਐਸਚਨ। ਰਜਿੰਦਰ ਜੀ ਮੈਂ ਆਪ ਜੀ ਨੂੰ ਅਨਮਿਊਟ ਕਰ ਰਿਹਾ, ਪਲੀਜ਼ ਤੁਸੀਂ ਆਪਣਾ ਸਵਾਲ ਵੀ ਜੀ ਨੂੰ ਕਰ ਸਕਦੇ ਹੋ। ਹਾਂਜੀ ਰਜਿੰਦਰ ਜੀ ਅਨਮਿਊਟ ਕਰੋ ਆਪਣੇ ਆਪ ਨੂੰ। ਯੂ ਹੈਵ ਟੂ ਅਨਮਿਊਟ ਯੋਰਸੈਲਫ। ਮੈਂ ਤੁਹਾਨੂੰ ਰਿਕੁਐਸਟ ਭੇਜ ਰਿਹਾ, ਤੁਸੀਂ ਅਨਮਿਊਟ ਕਰੋ ਆਪਣੇ ਆਪ ਨੂੰ। ਤੁਹਾਡੀ ਉਹਦੇ ਤੇ ਵਿੰਡੋ ਪੌਪ ਆਊਟ ਹੋਏਗੀ ਟੂ ਅਨਮਿਊਟ। I think he's not able to do that. ਰਜਿੰਦਰ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਯੂ ਨੀਡ ਟੂ ਅਨਮਿਊਟ ਯੋਰਸੈਲਫ। ਮੈਂ ਤੁਹਾਨੂੰ ਕੋ ਹੋਸਟ ਬਣਾਤਾ, ਤੁਸੀਂ ਅਨਮਿਊਟ ਕਰੋ ਆਪਣੇ ਆਪ ਨੂੰ ਸਕਰੀਨ ਤੇ। ਆਰ ਯੂ ਔਨ ਯੋਰ ਮੋਬਾਈਲ ਔਰ ਯੋਰ ਆਈਪੈਡ ਜਾਂ ਲੈਪਟਾਪ ਤੇ ਹੈਗੇ? ਤੇ ਸਾਈਡ ਤੇ ਨਾ ਇੱਕ ਪੌਪ ਆਊਟ ਹੋਏਗਾ म्यूट अनम्यूट ਦਾ। ਉਹ गुलजार वीर जी आज कोई भी अनम्यूट कर सकता है। नहीं हाँ सेटिंग तो वैसे की हुई है कि अनम्यूट नहीं कर सकते, बट वी आर ट्राइंग। एक्चुअली ही इज न्यू Zoom को कह रहे सर। Hello. Hello. ਉਹਨਾਂ ਦੀ ਆਵਾਜ਼ ਨਹੀਂ ਆ ਰਹੀ ਰਜਿੰਦਰ ਸਿੰਘ ਜੀ ਦੀ। ਉਹ ਅਨਮਿਊਟਡ ਹੈਗੇ ਨੇ, ਬਟ ਹੀ ਉਹਨਾਂ ਦੀ ਪਤਾ ਨਹੀਂ ਆਡੀਓ ਕਨੈਕਟਡ ਨਹੀਂ ਸ਼ਾਇਦ। ਵੀ ਕਾਂਟ। ਹਾਂਜੀ ਇੱਕ ਸਵਾਲ ਸਾਡੇ ਕੋਲ ਆਇਆ ਹੈਗਾ, ਹਾਊ ਸ਼ੁੱਡ ਵੀ ਸਸਟੇਨ ਦੈਟ ਫੀਲਿੰਗ ਆਫ ਐਕਸਟੈਸੀ। ਉਹ ਵਾਹ ਵਾਲੀ ਫੀਲਿੰਗ ਇਨੀ ਸ਼ਾਰਟ ਲਾਈਫ ਕਿਉਂ ਹੁੰਦੀ ਹੈ, ਇਨੀ ਥੋੜੀ ਦੇਰ ਵਾਸਤੇ ਕਿਉਂ ਹੁੰਦੀ ਹੈ? ਪ੍ਰੋਲੋਂਗਡ ਔਰ ਲਾਈਫ ਲੌਂਗ ਕਿਵੇਂ ਉਹਨੂੰ ਕੈਰੀ ਕਰ ਸਕਦੇ ਆ? ਨਹੀਂ ਉਹ ਸ਼ਾਰਟ ਟਾਈਮ ਵਾਸਤੇ ਨਹੀਂ ਹੁੰਦੀ ਹੈ। ਉਹ ਜਦੋਂ ਪੰਕਤੀ ਅਸੀਂ ਬੋਲ ਰਹੇ ਹਾਂ ਨਾਨਕ ਭਗਤਾਂ ਸਦਾ ਵਿਗਾਸ, ਉਹ ਫਿਰ ਸਦਾ ਵਾਸਤੇ ਹੁੰਦੀ ਹੈ। ਉਹ ਇੰਜ ਨਹੀਂ ਹੁੰਦੀ ਹੈ ਕਿ ਵੀ ਮੈਂ ਓਲੰਪਿਕ ਰੇਸ ਜਿੱਤਿਆ ਔਰ ਮੈਂ ਜਿੱਤ ਕੇ ਮੈਨੂੰ ਉਹਦੇ ਤੇ ਬੋਰਡ ਤੇ ਖੜਾ ਕੀਤਾ, ਮੇਰੇ ਅੱਗੇ ਨੰਬਰ 1 ਲਿਖਿਆ ਹੋਇਆ ਸੀ ਔਰ ਮੈਨੂੰ ਆ ਕੇ ਕਰਾਊਨ ਪਾਇਆ, ਵਾਹ ਬੜਾ ਮਜ਼ਾ ਆ ਗਿਆ, ਫਿਰ ਬਾਅਦ ਹੀ ਖਤਮ ਹੋ ਗਿਆ। ਇਹ ਉਹ ਵਾਲੀ ਨਹੀਂ ਹੈ। ਐਵੇਂ ਹਮੇਸ਼ਾ ਹੀ ਉਹ ਵਾਲੀ ਖੇਡ ਵਿੱਚ ਰਹਿਣਾ, ਜਿਹੜਾ ਇੱਥੇ ਅਸੀਂ ਸਮਝੇ ਨਾ ਧਰਤੀ ਹੀ ਅਚਾਈ ਜੀ ਉਹ ਵਾਲੀ ਖੇਲ, ਉਹ ਚਮਤਕਾਰ ਖੇਲ ਪਾਏ ਜੀ, ਉਹ ਸ਼ਬਦ ਦੇ ਨਾਲ ਟਿਊਨ ਰਹਿਣਾ ਹਰ ਵੇਲੇ, ਤਾਂ ਫਿਰ ਉਹ ਹਮੇਸ਼ਾ ਅਸੀਂ ਖੇੜੇ 'ਚ ਹੀ ਰਹਿੰਦੇ ਆ। ਖੇੜੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਮੇਰੇ ਦੰਦ ਨਜ਼ਰ ਆਉਂਦੇ ਰਹਿੰਦੇ ਨੇ, ਮੈਂ ਉੱਚਾ ਉੱਚਾ ਹੱਸਦਾ ਰਹਿੰਦਾ, ਇੰਝ ਨਹੀਂ ਹੈ। ਖੇੜੇ ਦਾ ਮਤਲਬ ਹੈ ਮੈਂ ਕੰਟੈਂਟਡ ਰਹਿੰਦਾ ਔਰ ਵਿਕਾਸ ਵਿੱਚ ਰਹਿੰਦਾ, ਔਰ ਉਹ ਵਾਹ ਵਾਲੀ ਅਵਸਥਾ ਹਮੇਸ਼ਾ ਹੀ ਰਹੇਗੀ
क्योंकि सानू हमेशा वाइसिस we are prone to, we are vulnerable to face those vices, और हर पल वाइसिस तो बच के रहने वाली अकल, वाह, ये शॉर्ट टाइम नहीं है, शॉर्ट टाइम तो झूठ होता है जी। ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ 올림픽 ਵਾਲੀ, ਤੇ ਮੈਨੂੰ ਇੱਕ ਫੋਟੋ ਯਾਦ ਆਈ ਹੈ, WhatsApp ਤੇ ਇੱਕ ਪਿਕਚਰ ਆਈ ਸੀਗੀ ਕਿ ਜਿਸ ਤੇ ਫਸਟ ਸੈਕਿੰਡ ਥਰਡ ਵਾਲੇ ਸਟੈਪ ਬਣੇ ਹੁੰਦੇ ਨੇ, ਤੇ ਜਿਹੜਾ ਬੱਚਾ ਸੈਕਿੰਡ ਆਇਆ ਸੀਗਾ ਉਹ ਜ਼ਿਆਦਾ ਖੁਸ਼ ਸੀਗਾ ਰਾਦਰ ਦੈਨ ਫਸਟ ਵਾਲਾ, ਤੇ ਉਹਦੀ ਸ਼ਕਲ ਦੇਖ ਰਿਹਾ ਸੀ, ਕਹਿੰਦਾ ਇਹ ਇੰਨਾ ਖੁਸ਼ ਕਿਉਂ ਹੈਗਾ। ਸੋ ਇਟ ਇਜ਼ ਯੋਰ ਮਨ ਦੀ ਅਵਸਥਾ, ਕਹਿੰਦਾ ਨਾ ਸੁਖ ਦੁੱਖ ਇਸ ਮਨ ਕੀ ਬਿਰਤਾ, ਇਹ ਮਨ ਦੀ ਅਵਸਥਾ ਹੈਗੀ ਹੈ ਕਿ ਉਹ ਕਿਸ ਲੈਵਲ ਤੇ ਖੁਸ਼ ਹੈ। ਉਹ ਸੈਕਿੰਡ ਆ ਕੇ ਵੀ ਖੁਸ਼ ਹੈਗਾ, ਫਸਟ ਆਉਣ ਵਾਲਾ ਵੀ ਉਹ ਥੋੜਾ ਜਿਹਾ ਦੇਖ ਰਿਹਾ ਕਿ ਮੇਰੇ ਤੋਂ ਜ਼ਿਆਦਾ ਖੁਸ਼ ਕਿਵੇਂ ਹੈਗਾ। ਸੋ ਇਟ ਇਜ਼ ਮੇਰੇ ਖਿਆਲ ਮਨ ਦੀ ਅਵਸਥਾ ਹੈ, ਉਸ ਬਾਰੇ ਗੁਰੂ ਸਾਹਿਬ ਸਾਨੂੰ ਵਾਹ ਐਕਸਟੈਸੀ ਦੀ ਗੱਲ ਕਰ ਰਹੇ ਨੇ। ਥੈਂਕ ਯੂ, ਥੈਂਕ ਯੂ। ਤੇ ਜੀ ਇੱਕ ਸ਼ਬਦ ਵਿੱਚ ਜਦੋਂ ਮੈਨੂੰ ਕੋਈ ਮਿਲਦਾ ਹੈ ਔਰ ਮੈਂ ਉਹਦੇ ਨਾਲ ਨਫ਼ਰਤ ਨਹੀਂ ਕਰਦਾ ਜੀ, ਫਿਰ ਖੇੜਾ ਹੀ ਰਹੇਗਾ ਨਾ, ਰਾਈਟ। ਔਰ ਜੇ ਮੇਰੀ ਤਿਉੜੀ ਚੜ ਜਾਏ ਔਰ ਮੈਂ ਮਾਈਂਡ ਕਰਾਂ ਉਸ ਵੇਲੇ ਤਾਂ ਖੇੜਾ ਗਿਆ। ਹਾਂਜੀ, ਇਹਦਾ ਮਤਲਬ ਸਭ ਜਗ੍ਹਾ ਸਾਰੇ ਲੋਕਾਂ ਨਾਲ ਹਰ ਸਿਚੁਏਸ਼ਨ ਵਿੱਚ ਈਸਟ ਔਰ ਵੈਸਟ ਜਿੱਥੇ ਮਰਜੀ ਰਵਾਂ ਮੈਂ, ਸਾਰੀ ਦੁਨੀਆ 'ਚ ਹਰ ਵੇਲੇ ਦਿਨ ਰਾਤ 24 ਘੰਟੇ बस ਉਹਦੇ ਨਾਲ मन जागदा है। इस ग्रह में कोई जागत रहे, साबत वस्तु अपनी ले, ए वाह है, प्रभात हो गई ना, सूरज चढ़िया होया बस। ਹਾਂਜੀ, ਆਈ ਥਿੰਕ ਜਿਵੇਂ ਇੱਕ ਮਾਂ ਨੂੰ ਆਪਣੇ ਬੱਚੇ ਨੂੰ ਦੇਖ ਕੇ ਚਾਹ ਹੀ ਚੜਾ ਹੁੰਦਾ ਨਾ, ਉਹਦੇ ਵਿੱਚ ਕਦੀ ਬੁਰਾਈ ਦਿਸਦੀ ਨਹੀਂ ਉਹਨੂੰ, ਉਹਦੀ ਵਾਹੀ ਕਰਦੀ ਰਹਿੰਦੀ ਹੈ ਕਿ ਵੀ ਮੇਰਾ ਪੁੱਤਰ ਚੰਨ ਨਾਲੋਂ ਵੀ ਸੋਹਣਾ। ਸੋ ਉਹ ਵਾਲੀ ਮਾਂ ਦੇ ਵਿੱਚ ਵੀ ਉਹ ਵਾਲੀ ਰੱਬੀ ਗੁਣ ਹੈਗਾ ਕਿ ਜਿਵੇਂ ਬਿੰਦਰੀ ਭੂਆ ਜੀ ਨੇ ਕਿਹਾ ਨਾ ਕਿ ਜਿੱਥੋਂ ਸਾਨੂੰ ਡਾਰਕਨੈਸ ਤੋਂ ਲਾਈਟ ਵੱਲ ਲੈ ਜਾਏ ਉਹ ਵਿਜ਼ਡਮ, ਉਹ ਸਤਿਗੁਰ, that is the ecstasy which we have to understand। ਤੇ ਵੀ ਜੀ ਇੱਕ ਜਿਹੜਾ ਲਫ਼ਜ਼ ਹੈ ਸਨ ਕੋਟ ਸੈਨ, what is that, ਮੈਨੂੰ ਉਹ ਸਮਝ ਨਹੀਂ ਆਇਆ। ਕੋਟ ਸੈਨ, सैन मतलब अंदर दे फ्रेंड्स, सैन मतलब अंदर दी औलाद, सैन मतलब अंदर दी फैमिली। ठीक है जी। मेरे मैनी फैकल्टीज, मेरे मैनी एवेन्यूज, मेरे मैनी थॉट्स। कोट इज इनफाइनाइट, करोड़ जी में कहना जी, ठीक है। ਉਹਨੂੰ ਕਹਿੰਦੇ ਨੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ, ਉਹ ਅੰਦਰ ਦੇ ਸਾਰੇ ਚੰਗੇ ਗੁਣ ਵਾਲੇ ਬਣ ਗਏ ਨਾ। ਹਾਂਜੀ, ਤੁਸੀਂ ਜਿਹੜਾ ਮਾਂ ਦਾ ਐਗਜ਼ਾਮਪਲ ਵੀ ਦਿੱਤਾ ਨਾ ਕਿ ਉਹਨੂੰ ਆਪਣਾ ਪੁੱਤਰ ਸੋਹਣਾ ਲੱਗਦਾ ਹੈ, ਉਹ ਜੇ ਦੂਜਿਆਂ ਦੇ ਪੁੱਤਰ ਨੂੰ ਵੀ ਦੇਖ ਕੇ ਆਪਣੇ ਪੁੱਤਰ ਵਾਂਗੂ ਕਰਦੀ ਹੈ ਤਾਂ ਫਿਰ 24 ਆਵਰਸ होल लाइफ यूनिवर्सल। हाँ, फिर ना को बैरी नहीं बिगाड़ना हो जाएगा, दूसरे दे पुत्र ਨੂੰ ਵੀ ਛਾਤੀ ਨਾਲ ਲਾ ਸਕਦੀ ਹੈ। ਜੀ ਜੀ, ਮੈਂ ਸਿਰਫ ਆਪਣੀ ਮਾਂ ਦਾ ਸੋਚਾਂ ਪਰ ਦੂਜਿਆਂ ਦੀ ਮਾਵਾਂ ਦਾ ਨਾ ਸੋਚਾਂ ਤੇ ਫਿਰ ਉਹ ਮੇਰੇ ਤੇ ਉਲਟਾ ਵਾਪਰ ਜਾਏਗਾ। ਰਾਈਟ, ਉਹੀ ਜਿਹੜੀ ਗੱਲ ਮੈਂ ਸ਼ੁਰੂ ਚ ਕੀਤੀ ਸੀ ਨਾ ਕਿ ਉਹ ਵੀ ਹੈਵ ਟੂ ਬੀ ਦ ਸਪੰਜ which absorbs all negativity and spirit positivity and ਦੂਜੇ ਦੀ ਹੈਲਪ ਕਰਨ ਵਾਸਤੇ ਤਿਆਰ ਹੈ। ਤੇ ਸੁਖਵੰਤ ਭਜਾਈ ਜੀ ਨੇ ਹੈਂਡ ਰੇਸ ਕੀਤਾ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਉਹ ਅਨਮਿਊਟ ਕਰਨ ਆਪਣੇ ਆਪ ਨੂੰ। ਅੱਛਾ ਜੀ, ਹਾਂਜੀ ਹਾਂਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦਾ ਬਰਥਡੇ ਤਾਂ ਤੁਸੀਂ ਕੈਮਰੇ ਤੇ ਆ ਗਏ ਹੋ, ਵੈਰੀ ਗੁੱਡ। ਸੋ ਵਾਹ 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 ਚੱਲ ਰਿਹਾ ਹੈ। ਤਾਂ ਮੇਰੇ ਕੋਲ ਹੈਗਾ, ਕਹਿੰਦੇ ਨੇ ਇਫ ਯੂ ਸੀ ਮੂਨ ਵੀ ਸੀ ਦ ਬਿਊਟੀ ਆਫ ਗॉड, ਤਾਂ ਅਸੀਂ ਵਾਹ ਕਹਿੰਦੇ ਹਾਂ ਕਿ ਵਾਕਈ ਹਨੇਰੇ ਵਿੱਚ ਉਹਨੇ ਚੰਦਰਮਾ ਕੱਢ ਕੇ ਚਾਨਣ ਕਰ ਦਿੱਤਾ ਹੈ। ਇਫ ਵੀ ਸੀ ਸਨ ਵੀ ਸੀ ਦ ਪਾਵਰ ਆਫ ਗॉड, ਕਿ ਉਹਨੇ ਸਾਨੂੰ ਧੁੱਪ ਦਿੱਤੀ। ਐਂਡ ਇਫ ਵੀ ਸੀ ਦ ਮਿਰਰ we see the best creation of God। So ਅਸੀਂ ਸਾਰੇ ਉਸ ਰੱਬ ਦੀ ਬਣਾਈ ਹੋਈ best creation ਆ। So believe in yourself, we are created by God to light up millions of people in life। And I think living treasure ਭੁਪਿੰਦਰ ਸਮੇਤ ਉਹ ਸਾਰੀਆਂ ਹੀ ਰੂਹਾਂ ਨੂੰ ਲਾਈਟ ਅਪ ਕਰਨ ਦਾ ਕੰਮ ਕਰ ਰਹੇ ਨੇ। So what to whole team and what to God and ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ। And Pupinder, happy birthday, God bless you। And what to Biji, who raised the best son on this earth। Thank you, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you, thank you Vijay ji for that lovely message।
Thank you ji. Every individual is unique and every individual is a part of that ecstasy. Thank you so much. ਹਾਂਜੀ ਸਤੀਸ਼ ਅਰੋੜਾ ਜੀ ਨੇ ਵੀ ਹੈਂਡ ਰੇਜ਼ ਕੀਤਾ ਸੀਗਾ, ਫਿਰ ਉਸ ਤੋਂ ਬਾਅਦ ਅਸੀਂ ਹਰਪ੍ਰੀਤ ਵੀ ਜੀ ਨੂੰ ਕਵਾਂਗੇ ਉਹ ਸਾਡੇ ਨਾਲ ਸਾਂਝ ਪਾਉਣਗੇ। ਸਤੀਸ਼ ਜੀ ਪਲੀਜ਼ ਅਨਮਿਊਟ ਯੋਰਸੈਲਫ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਬਹੁਤ ਕੁਝ ਕਿਹਾ, ਸੁਖਵਿੰਦਰ ਬਜਾਜ ਜੀ ਨੇ ਵੀ ਕਿਹਾ, ਦਿਲਜੀਤ ਬੁਏ ਜੀ ਨੇ ਕਿਹਾ, ਨਾਲ ਜਸਮੀਤ ਜੀ ਨੇ ਵੀ ਬਹੁਤ ਕਿਹਾ। मैं सोच रहा कि मॉरल आज द मॉरल कि मेरे मन में थोड़ा आ रहा है कि जिस वेले मन में सोझी आ गई, वाहिगुरु सोझी अपने आप आ जाएगा, किस मार्ग चलना है वहां गुरु, किस की चीज देखनी है वहां गुरु, वो जिस वेले अपने अंदरों सोझी आ गई वही वहां गुरु है। कोई मार्ग चलना है, की देखना है, की नहीं देखना, की बोलना है, किस वेले की बोलना है, वो वहां गुरु सोझी आ जाना ही वहां गुरु है। थैंक यू सतीश जी। आज बर्थडे वाले दिन साडी वोटी दे दर्शन हो गए तुहानू। वाहिगुरू जी का खालसा। वीर जी आप जी का बर्थडे हैगा, बहुत बहुत बधाइयां। वाहिगुरू जी का खालसा वाहिगुरू जी की फतेह। किस वेले की बोलना है, समय पे बोलना है, वहां गुरु, वहां गुरु। धन्यवाद जी, थैंक यू। हाँ जी हरप्रीत जी। थैंक यू। वाहिगुरू जी का खालसा जी की फतेह। सॉरी रजिंदर सिंह जी ऑन द स्क्रीन। हाँ जी हाँ जी बोलो जी। वाहिगुरू जी का खालसा वाहिगुरू जी की फतेह। मैं एक पॉइंट सोच ਰਿਹਾ ਸੀਗਾ ਕਿ ਸਾਨੂੰ ਵਾਹਿਗੁਰੂ ਜਾਂ ਬਲਿਸ ਦੀ ਜਾਂ ਵਿਕਾਸ ਵਾਲੀ ਅਵਸਥਾ ਵਿੱਚ ਰੁਕਾਵਟ ਕੀ ਆਉਂਦੀ ਹੈ, ਸਾਨੂੰ ਕੀ ਚੀਜ਼ ਸਾਨੂੰ ਰੋਕਦੀ ਹੈ। ਸੋ ਉਹ ਜਿਹੜੀ ਅਗਿਆਨਤਾ ਹੈ, ਜਿਹੜੀ ਲੈਕ ਆਫ ਨੌਲੇਜ ਹੈ, ਉਹਦੇ ਬਾਰੇ ਬੁੱਲੇ ਸ਼ਾਹ ਜੀ ਦਾ ਇੱਕ ਉਹ ਆਉਂਦਾ ਹੈ ਆਪਣਾ ਕਾਫੀਆ ਹੈ, ਜਿਹਦੇ ਵਿੱਚ ਜੋ ਕਹਿੰਦੇ ਨੇ ਕਿ ਬੁੱਲੇ ਸ਼ਾਹ ਉੱਡਦੀਆਂ ਫੜੋ ਨਾ ਹੀ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਾ। ਕਿ ਜਿਹੜਾ ਕਿ ਅਸੀਂ ਉੱਡਦੀਆਂ ਫੜਦੇ ਆ, ਪਰ ਜਿਹੜਾ ਆਪਣੇ ਮਨ ਅੰਦਰ ਵਿੱਚ ਅਸੀਂ ਪਜ ਵੜਦਾ ਹੈ ਮੰਦਰ ਮਸੀਤੇ, ਕਦੀ ਮਨ ਆਪਣੇ ਵਿੱਚ ਵੜਿਆ ਹੀ ਨਾ। ਬੁੱਲੇ ਸ਼ਾਹ ਉੱਡਦੀਆਂ ਫੜੋ ਨਾ ਹੀ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਾ। ਸੋ ਜਿਹੜੀ ਅਗਿਆਨਤਾ ਹੈ ਇਸ ਬਾਰੇ ਹੈਗੇ ਕਿ ਅਸੀਂ ਆਪਣੇ ਅੰਦਰ ਜਿਹੜੇ ਸਾਡੇ ਵਿਕਾਰ ਨੇ, ਅਸੀਂ ਆਪਣਾ ਐਨਾਲਿਸਿਸ ਨਹੀਂ ਕਰਦੇ ਕਿ ਅਸੀਂ ਸਾਨੂੰ ਉਸ ਬਾਰੇ ਨੌਲੇਜ ਨਹੀਂ ਲੈਂਦੇ। ਫੋਰ ਐਗਜ਼ਾਮਪਲ ਜਦੋਂ ਕਈ ਵਾਰ ਸਾਡੇ ਨਾਲ ਇਸ ਤਰ੍ਹਾਂ ਹੁੰਦਾ ਹੈ ਕਿ ਮੋਸਟਲੀ ਅਸੀਂ ਕਿਸੇ ਆਰਗੂਮੈਂਟ ਵਿੱਚ ਫਸ ਜਾਂਦੇ ਹਾਂ ਜਦੋਂ, ਸੋ ਅਸੀਂ ਆਪਣੇ ਆਪ ਨੂੰ ਰਾਈਟ ਪ੍ਰੂਵ ਕਰਨਾ ਚਾਹੁੰਦੇ ਹਾਂ ਕਿ ਆਈ ਐਮ ਰਾਈਟ ਔਰ ਆਈ ਐਮ ਮਿਸਟਰ ਰਾਈਟ, ਔਰ ਲੇਡੀ ਹੈ ਪ੍ਰੂਵ ਕਰਨਾ ਚਾਹੁੰਦੀ ਕਿ ਆਈ ਐਮ ਮਿਸਿਸ ਰਾਈਟ। ਸੋ ਜਦੋਂ ਸਾਨੂੰ ਇਹ ਗੇਮ ਸਮਝ ਆਉਂਦੀ ਹੈ ਕਿ ਗੁਰੂ ਦਾ ਮੈਸੇਜ ਸਾਨੂੰ ਸਮਝ ਆਉਂਦਾ ਹੈ ਕਿ ਯੂ ਵਾਂਟ ਟੂ ਬੀ ਰਾਈਟ ਔਰ ਯੂ ਵਾਂਟ ਟੂ ਬੀ ਹੈਪੀ। ਸੋ ਜਦੋਂ ਇਹ ਬਲਿਸ ਵਾਲਾ ਮੈਸੇਜ ਜਦੋਂ ਕਲਿੱਕ ਹੁੰਦਾ ਹੈ ਕਿ ਨਹੀਂ ਮੈਨੂੰ ਰਾਈਟ ਨਹੀਂ ਹੋਣਾ, ਮੈਨੂੰ ਹੈਪੀ ਹੋਣਾ ਹੈ, ਤਾਂ ਸਾਨੂੰ ਅਸੀਂ ਉਸ ਫੀਲਿੰਗ ਨੂੰ ਅੰਦਰੋਂ ਸਾਡੀ ਕੈਮਿਸਟਰੀ ਐਵੇਂ ਹੀ ਰਿਐਕਟ ਕਰਦੀ ਹੈ ਔਰ ਅਸੀਂ ਉਸਨੂੰ ਕਹਿ ਸਕਦੇ ਹਾਂ ਕਿ ਵਾਓ ਇਟਸ ਰੀਅਲੀ ਅਮੇਜ਼ ਕਿ ਵੀ ਹੈਪੀਨੈਸ ਰਾਈਟ ਹੋਣ ਵਿੱਚ ਨਹੀਂ ਹੈ, ਠੀਕ ਹੋਣ ਵਿੱਚ ਨਹੀਂ ਹੈ। ਹੈਪੀਨੈਸ ਹੈ ਕਿ ਸਾਡੀ ਰਿਲੇਸ਼ਨਸ਼ਿਪ ਆਪਣੀ ਕਿਵੇਂ ਮੇਨਟੇਨ ਕਰਕੇ ਉਸਨੂੰ ਪ੍ਰਾਇੋਰਟੀ ਦੇ ਕੇ, ਸੋ ਅਸੀਂ ਰਾਈਟ ਨਾ ਹੋ ਕੇ ਹੈਪੀ ਵਾਲੀ ਸਿਚੁਏਸ਼ਨ ਨੂੰ ਚੂਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। थैंक यू जी। हाँ जी जुजार जी, रजिंदर सिंह जी, थैंक यू हरप्रीत जी। थैंक यू हरप्रीत जी। ਤੁਸੀਂ ਇੱਕ ਪੁਆਇੰਟ ਹੋਰ ਇੰਪੋਰਟੈਂਟ ਸਾਡੇ ਨਾਲ ਸਾਂਝ ਪਾਈ ਕਿ ਅਸੀਂ ਆਪਣੇ ਉਹੀ ਜਿਹੜੀ ਗੱਲ ਮੈਂ ਕਹਿ ਰਿਹਾ ਸੀ, ਮਨ ਆਪਣੇ ਤੇ ਬੁਰਾ ਮਿਟਾਉਣ ਵਾਲੀ ਅਵਸਥਾ ਦੀ ਗੱਲ ਕਰ ਰਹੇ ਹੋ। ਹਾਂਜੀ ਰਜਿੰਦਰ ਸਿੰਘ ਜੀ ਯੂ ਕੈਨ ਅਗੇਨ ਟਰਾਈ। ਮੇਰੇ ਖਿਆਲ ਤੁਹਾਡਾ ਮਾਈਕ ਨਹੀਂ ਚੱਲ ਰਿਹਾ ਵੀ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਸਾਨੂੰ, ਵੀ ਆਰ ਅਨੇਬਲ ਟੂ ਲਿਸਨ। ਪਲੀਜ਼ ਚੈੱਕ ਯੋਰ ਮਾਈਕ, ਉਹ ਸ਼ਾਇਦ ਕਨੈਕਸ਼ਨ ਕਿੱਥੇ ਲੂਜ਼ ਹੈ ਜਾਂ ਕੀ ਹੈਗਾ, ਤੁਹਾਡੀ ਆਵਾਜ਼ ਨਹੀਂ ਆ ਰਹੀ ਜਾਂ ਤੁਹਾਡਾ ਮਾਈਕ ਖਰਾਬ ਹੈ, ਆਈ ਡੋਂਟ ਨੋ, ਬਿਕਾਜ਼ ਤੁਸੀਂ ਮਿਊਟ ਨਹੀਂ ਹੋ ਬਟ ਤੁਹਾਡੀ ਆਵਾਜ਼ ਨਹੀਂ ਆ ਰਹੀ। ਆਈ ਥਿੰਕ ਨਹੀਂ, ਉਹਨਾਂ ਦੀ ਆਵਾਜ਼ ਨਹੀਂ ਆ ਰਹੀ ਸਾਨੂੰ। ਸੋ ਹੋਰ ਕਿਸੇ ਦਾ ਕੋਈ ਸਵਾਲ ਜਾਂ ਕੋਈ ਸਾਂਝ ਪਾਉਣਾ ਚਾਹੁੰਦਾ ਤੇ ਪਾ ਸਕਦਾ ਹੈ, ਨਹੀਂ ਤੇ ਵੀ ਆਰ ਵੈਲ ਇਨ ਟਾਈਮ, we'll wind up the class. I don't want to add anything related to the topic,
but I just wanted to wish my dad a very happy birthday. Thank you, Kirtan. Thank you, Kirtan बच्चे. Thank you. ਚੰਗਾ ਜੀ, ਜਿਹੜੀ ਗੱਲ ਅੱਜ ਵੀਰ ਜੀ ਨੇ ਸਾਨੂੰ ਸਮਝਾਈ ਹੈ ਗੁਰਬਾਣੀ ਦੇ ਥਰੂ ਕਿ ਸਭ ਕਿਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਪਰਮ ਪ੍ਰਾਨੀ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੇ ਗੁਰ ਸ਼ਬਦ ਵਿਚਾਰਾ। ਸੋ ਸਾਨੂੰ ਆਪਣੇ ਮਨ ਨੂੰ ਹੀ ਉਸ ਅਵਸਥਾ 'ਚ ਲਿਆਉਣਾ ਜਿਹਦੇ ਵਿੱਚ ਸਾਨੂੰ ਉਹ ਬਲੈਸ, ਉਹ ਐਕਸਟੈਸੀ, ਉਹ ਵਾਹ ਗੁਰੂ ਵਾਲੀ ਅਵਸਥਾ ਸਮਝ ਆਏਗੀ। ਥੈਂਕ ਯੂ ਸੋ ਮਚ। ਹਰ ਵਾਰੀ ਦੀ ਤਰ੍ਹਾਂ ਆਪ ਸਾਰੇ ਸਾਡੇ ਨਾਲ ਕਨੈਕਟ ਹੋਏ। ਅਗਲੇ ਸ਼ਨੀਵਾਰ ਇਸੀ ਤਰ੍ਹਾਂ ਅਸੀਂ ਮਿਲਾਂਗੇ। ਕੱਲ ਸਵੇਰੇ ਵੀਰ ਜੀ ਦਾ ਜਿਹੜਾ ਪ੍ਰੋਗਰਾਮ ਹੈ ਮੈਂ ਉਹ ਲਿੰਕ ਆਪ ਜੀ ਨਾਲ ਸਾਂਝ ਕਰ ਦਿੱਤੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਜਗਾਰ ਜੀ ਇੱਕ ਵਾਰੀ ਮੈਂ ਲਿਟਲ ਹੈਪੀ ਬਰਥਡੇ ਕਹਿਣਾ ਚਾਹੁੰਦਾ। ਹਾਂਜੀ ਪਲੀਜ਼। ਹਾਂਜੀ ਵੀਰ ਜੀ, ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਆਪ ਦੀ ਹਮੇਸ਼ਾ ਖੁਸ਼ ਰਹੋ ਜੀ। ਸਾਡੇ ਸਭ ਦਾ ਜਨਮ ਦਿਨ ਹੈ, ਸਾਰਿਆਂ ਦਾ ਨਵਾਂ ਬੇਬੀ ਪੈਦਾ ਹੋ ਗਿਆ, ਨਵਾਂ ਬੇਬੀ ਕਾਕਾ ਜੰਮ ਪਿਆ ਔਰ ਉਹੀਓ ਦही भात ਖਾ ਰਿਹਾ ਹੈ ਔਰ ਉਹਦਾ ਨਵਾਂ ਜਨਮ ਹੋ ਗਿਆ। ਸਤਿਗੁਰ ਕੇ ਸ਼ਬਦ ਬਣਾਵੋ ਇਮਾ, ਨਵਾਂ ਜਨਮ ਐਵਰੀ ਡੇ, ਹਰ ਪਲ ਬਰਥਡੇ। ਸਭ ਤੋਂ ਮੈਂ ਸੁੰਦਰ ਪੰਚਾਇਤੀ ਦਾ ਸ਼ੁਕਰੀਆ ਤੇ ਜਿਨ੍ਹਾਂ ਨੇ ਸਾਰਿਆਂ ਨੂੰ ਰਿਮਾਈਂਡ ਕੀਤਾ ਕਿ ਸਾਰਿਆਂ ਨੂੰ ਦੱਸਿਆ ਕਿ ਵੀਰ ਜੀ ਦਾ ਜਨਮ ਦਿਨ ਹੈ। ਇਹ ਸਾਨੂੰ ਪਤਾ ਨਹੀਂ ਸੀ। ਇਹ ਫਸਟ ਟਾਈਮ ਹੈ ਕਿ ਮੈਂ ਅਮਰੀਕਾ ਨਹੀਂ ਆ ਔਰ ਇੱਥੇ ਆ, ਸੋ ਉਹ ਸਾਰੇ ਮਿਸ ਤੇ ਕਰ ਰਹੇ ਨੇ ਨਾ। ਔਰ ਸੁਖਵੰਤ ਵੀ ਤੇ ਜੋਗੀ ਵੀਰ ਜੀ ਵੀ ਸਾਡੇ ਨਾਲ। ਜੋਗੀ ਵੀਰ ਜੀ ਪਲੀਜ਼ ਅਨਮਿਊਟ ਯੋਰਸੈਲਫ, ਪਲੀਜ਼ ਸਾਡੇ ਨਾਲ ਕੁਝ ਸਾਂਝ ਪਾਓ। ਹਾਂਜੀ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸਾਡਾ ਇੱਕ ਹੁੰਦਾ ਹੈ ਬਹੁਤ ਵਧਾਈਆਂ ਜਨਮ ਦਿਨ ਦੀਆਂ। ਤਾਂ ਸਭ ਨੇ ਬੜਾ ਹੀ ਅੱਛਾ ਬੋਲਿਆ, ਕੁਝ ਐਡ ਕਰਨ ਦੀ ਲੋੜ ਨਹੀਂ ਹੈ। each one of you contributed so much। ਪ੍ਰਭੂ ਦੀ ਬੜੀ ਬਖਸ਼ਿਸ਼ ਹੈ, ਬਖਸ਼ਿਸ਼ ਬਣੀ ਰਵੇ ਸਾਡੇ ਸਭ ਤੇ ਔਰ ਪਰਮਾਤਮਾ ਸਭ ਨੂੰ ਸੁਖੀ ਰੱਖੇ, ਖੁਸ਼ ਰੱਖੇ ਔਰ ਸਾਡੀ ਅਵਸਥਾ ਹੈਪੀਨੈਸ ਦੀ ਬਣੀ ਰਵੇ, ਨਾ ਕਿ ਵਾਂਡਰਿੰਗ ਦੀ ਬਣੀ ਰਵੇ। ਇੱਕ ਗੁਰੂ ਦੀ ਬਖਸ਼ਿਸ਼ ਰਹੇਗੀ ਤਾਂ ਸਾਡਾ ਮਨ ਚੜ੍ਹਦੀ ਕਲਾ 'ਚ ਰਹੇਗਾ ਹਮੇਸ਼ਾ। ਤਾਂ ਸਾਨੂੰ ਇਹਦੇ ਵਾਸਤੇ ਅਵੇਅਰ ਹੋਣਾ ਪੈਂਦਾ ਹੈ ਕਿ ਸਾਨੂੰ ਚੜ੍ਹਦੀ ਕਲਾ 'ਚ ਰਹਿਣਾ ਹੈ, ਢਹਿੰਦੀਆਂ ਗੱਲਾਂ ਵੱਲ ਨਹੀਂ ਜਾਣਾ। ਇਹ ਸਾਨੂੰ ਪਹਿਰਾ ਦੇਣਾ ਪਏਗਾ ਜ਼ਰੂਰੀ। ਤਾਂ ਵਿਦ ਗਾਡਸ ਗ੍ਰੇਸ ਇਹ ਸਾਡਾ ਜਿਹੜਾ ਭਵਜਲ ਹੈ ਇਹ ਬੜੇ ਹੀ ਆਰਾਮ ਮਿਊਟ ਕਰੋ। ਇਹਨਾਂ ਸ਼ਬਦਾਂ ਨਾਲ ਮੈਂ ਸਭ ਦਾ ਧੰਨਵਾਦ ਕਰਦਾ, ਪੂਰੀ ਟੀਮ ਦਾ। ਕਾਫੀ ਮਿਹਨਤ ਤੁਸੀਂ ਲੋਕ ਕਰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਹਾਂਜੀ ਗੁਰਪ੍ਰੀਤ ਕੌਰ ਜੀ ਕੁਝ ਕਹਿਣਾ ਚਾਹ ਰਹੇ ਹੋ। ਹਾਂਜੀ ਗੁਰਪ੍ਰੀਤ ਜੀ ਅਨਮਿਊਟ ਕਰੋ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਆਪਣਾ ਜੇ ਤੁਸੀਂ ਇੱਕ ਗੱਲ ਮੰਨੋ ਵੀ ਇੱਕ ਸ਼ਬਦ ਦੀ ਮਤਲਬ ਹਰ ਵਾਰੀ ਇੱਕ ਸ਼ਬਦ ਦੀ ਮਤਲਬ ਵਿਆਖਿਆ ਤੁਸੀਂ ਸਿੰਗਲ ਲਾਈਨ ਸਾਨੂੰ ਕਰਕੇ ਦੇ ਦਿਆ ਕਰੋ। ਜਿਵੇਂ ਗੁਰੂ ਗ੍ਰੰਥ ਸਾਹਿਬ ਤੋਂ ਧਨਾਸਰੀ ਤੋਂ ਸ਼ੁਰੂ ਕਰ ਲਓ, ਚਾਹੇ ਸੋਠ ਵਾਲੇ ਰਾਗ ਤੋਂ ਸ਼ੁਰੂ ਕਰਕੇ ਇੱਕ ਸ਼ਬਦ ਦੀ ਸ਼ੁਰੂ ਕਰਕੇ ਨਾ, ਜਿਵੇਂ ਅਸੀਂ ਹੁਕਮਨਾਮਾ ਲੈਂਦੇ ਹਾਂ, ਸਮਝ ਕਈ ਵਾਰ ਨਹੀਂ ਆਉਂਦੀ ਪੂਰੇ ਸ਼ਬਦ ਦੀ, ਕੋਈ ਵਾਰ ਫਿਰ ਬੈਠੇ ਰਹੀਦਾ, ਸਮਝਦੇ ਰਹੀਦਾ। ਪਰ ਜੇ ਸਾਨੂੰ ਤੁਸੀਂ ਮਤਲਬ ਐਸਾ ਕਰਕੇ ਸ਼ੁਰੂ ਕਰ ਲਓ, ਇੱਕ ਸ਼ਬਦ ਦੀ ਐਂਡ ਤੇ ਸਾਨੂੰ ਇੱਕ ਅੱਧਾ ਸ਼ਬਦ ਦੀ ਸਿੰਗਲ ਲਾਈਨ ਦੀ ਵਿਆਖਿਆ ਕਰ ਦਿਆ ਕਰੋ, ਸਾਨੂੰ ਫਿਰ ਉਹ ਸਮਝਣਾ ਸੌਖਾ ਹੋ ਜਾਂਦਾ। ਇੱਕ ਸ਼ਬਦ ਦੀ ਮਤਲਬ ਕੋਈ ਵੀ ਗੁਰੂ ਗ੍ਰੰਥ ਸਾਹਿਬ ਤੋਂ ਤੁਸੀਂ ਇੱਕ ਰਾਗ ਤੋਂ ਸ਼ੁਰੂ ਕਰ ਲਓ, ਐਂਡ ਤੇ ਸਾਨੂੰ ਇੱਕ ਸ਼ਬਦ ਦੀ ਵਿਆਖਿਆ ਕਰ ਦਿਆ ਕਰੋ। ਇਸੇ ਤਰ੍ਹਾਂ ਨਾਲੇ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਸਮਝ ਆ ਜਾਊਗੀ ਉਹ ਥੋੜ੍ਹਾ ਕਰਕੇ। ਤੇ ਜੇ ਤੁਸੀਂ ਮੰਨੋ ਤਾਂ ਧੰਨਵਾਦ ਤੁਹਾਡਾ, ਜੇ ਤੁਸੀਂ ਮੰਨ ਲਓ ਤਾਂ। ਦੇਖਾਂਗਾ ਜੀ, ਮੈਂ ਜ਼ਰੂਰ ਟਰਾਈ ਕਰਾਂਗਾ। ਸਿੰਗਲ ਲਾਈਨ ਨਹੀਂ ਬੋਲ ਕੇ ਬਸ ਜ਼ਿਆਦਾ ਲੰਬਾ ਬੜੇ ਸਾਰੇ ਟੌਪਿਕ ਜੀ। ਉਹਦੇ ਵਾਸਤੇ ਅਸੀਂ ਇੱਕ ਹੋਰ ਜ਼ੂਮ ਪ੍ਰੋਗਰਾਮ ਵੀ ਸ਼ੁਰੂ ਕਰਨਾ ਚਾਹੁੰਦੇ ਹਾਂ, ਉਹਦੇ ਵਾਸਤੇ ਪਲਾਨਿੰਗ ਕਰ ਰਹੇ ਹਾਂ ਤਾਂ ਕਿ ਅਸੀਂ ਲੜੀਵਾਰ ਗੁਰਬਾਣੀ ਦੀ ਵਿਚਾਰ ਨੂੰ ਸਾਂਝ ਕਰ ਸਕੀਏ। ਤਾਂ ਇੱਥੇ ਵੀ ਕੋਸ਼ਿਸ਼ ਕਰਾਂਗੇ ਇਸ ਤੇ ਵੀ, ਕਿਉਂਕਿ ਜਿਹੜੇ ਪਰਸਨਲ ਕੁਐਸਚਨ ਆਨਸਰ ਨੇ ਔਰ ਐਪਲੀਕੇਬਲ ਮੀਨਿੰਗਸ ਨੇ
ਉਹਨਾਂ ਵਾਸਤੇ ਹੀ ਅਸੀਂ ਇਹਦੇ ਤੇ ਜ਼ਿਆਦਾ ਟਾਈਮ ਲਾ ਰਹੇ ਹਾਂ, ਕਿਉਂਕਿ ਲਿਵਿੰਗ ਟ੍ਰੈਜਰ ਦੀ ਕਲਾਸ 25 ਸਾਲਾਂ ਤੋਂ ਆਲਰੇਡੀ ਚੱਲ ਰਹੀ ਹੈ। ਇਹਦੇ ਵਿਚਕਾਰ ਵਿਚਾਰ ਬਾਣੀ ਦੀ ਕਰਕੇ ਫਿਰ ਆਪਣੇ ਤੇ ਐਪਲੀਕੇਬਲ ਆਪਣੇ ਪਰਿਵਾਰ, ਆਪਣੇ ਪਰਸਨਲ ਐਟੀਟਿਊਡ ਔਰ ਪ੍ਰੋਬਲਮਸ ਹਾਊ ਟੂ ਡੀਲ ਵਿਦ ਅਸੀਂ ਉਹ ਸਾਂਝ ਕਰਦੇ ਹਾਂ। ਤੇ ਤੁਹਾਡਾ ਵੀ ਜ਼ਰੂਰ ਪੁਆਇੰਟ ਨੂੰ ਸਿਰ ਮੱਥੇ ਮੈਂ ਲੈਂਦਾ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ ਜੀ। ਜਿਹੜੀਆਂ ਬੁੱਕਸ ਨੇ, ਸੀਡੀ ਨੇ, ਉਹਦੇ ਥਾਊਜ਼ੈਂਡਸ ਆਫ ਪ੍ਰੋਗਰਾਮਸ ਨੇ, ਉਹ ਵੀ ਤੁਸੀਂ ਸਾਰੇ ਸੁਣ ਸਕਦੇ ਹੋ YouTube ਤੇ ਨੇ, ਤਾਂ ਉਹਨਾਂ ਤੋਂ ਵੀ ਕਾਫੀ ਇੱਕ ਇੱਕ ਕਰਕੇ ਸ਼ਬਦ ਮਿਲਦੇ ਜਾਂਦੇ। ਠੀਕ ਹੈ ਜੀ। ਹਾਂਜੀ ਠੀਕ ਹੈ ਵੀਰ ਜੀ। ਵੈਸੇ ਪੜ੍ਹਦੇ ਰਹੀਦਾ, ਪਰ ਕਈ ਦਾ ਸ਼ਬਦ ਸਮਝ ਨਹੀਂ ਆਉਂਦੀ, ਫਿਰ ਕਈ ਦਾ ਵੀ ਇਸ ਤਰ੍ਹਾਂ ਪਤਾ ਲੱਗਣਾ ਚਾਹੀਦਾ, ਇੱਕ ਇੱਕ ਸਿੰਗਲ ਲਾਈਨ ਸਾਨੂੰ ਪਤਾ ਲੱਗ ਜਾਵੇ ਨਾ, ਫਿਰ ਉਹ ਬੜਾ ਮਨ ਹੁੰਦਾ ਵੀ ਹਾਂ ਵੀ ਸਮਝ ਆ ਗਈ ਇਹ ਸ਼ਬਦ। ਤੇ ਵਾਰੀ ਉਹ ਸ਼ਬਦ ਨੂੰ ਪਤਾ ਨਹੀਂ ਲੱਗਦਾ ਵੀ ਉਹ ਆਪਣੇ ਤੇ ਹੈ ਕਿ ਵਾਹਿਗੁਰੂ ਰੱਬ ਦੇ ਮਤਲਬ ਉਹ ਗੱਲ ਆ ਰਹੀ ਹੈ ਕਿ ਸਾਨੂੰ ਮਨ ਨੂੰ ਕਹਿ ਗਿਆ। ਬਸ ਇਹ ਚੀਜ਼ ਦਾ ਸਾਨੂੰ ਕਈ ਵਾਰੀ ਕਨਫਿਊਜ਼ਨ ਜਿਹਾ ਹੋ ਜਾਂਦਾ ਹੈ। ਤਾਂ ਕਰਕੇ ਨਾ ਮੈਂ ਕਹਿੰਦੀ ਵੀ ਸਾਨੂੰ ਲੜੀ ਵਾਰ ਸਾਨੂੰ ਪਤਾ ਲੱਗਦਾ ਵੀ ਸ਼ਬਦ ਦੀ ਵਿਆਖਿਆ ਇੱਕ ਇੱਕ ਸ਼ਬਦ ਦੀ ਰੋਜ਼ ਵੀ। ਚਲੋ ਕੋਈ ਨਹੀਂ, ਤੁਸੀਂ ਹਾਂਜੀ ਸਮਝਾਂਗੇ। ਵੈਸੇ ਸੁਣਦੀ ਰਹਿੰਦੀ ਮੈਂ ਤਾਂ ਸਾਰਾ ਦਿਨ ਲਗਾਈ ਰੱਖਦੀ ਵੀ ਜੇ ਇਹੀ ਪ੍ਰੋਗਰਾਮ ਸਾਡੇ ਲਗਾਈ ਰੱਖਦੀ ਜਦੋਂ ਵੀ, ਪਰ ਫਿਰ ਵੀ ਕਈ ਵਾਰੀ ਹੁੰਦਾ ਵੀ ਸ਼ਬਦ ਉਸ ਤਰ੍ਹਾਂ ਦਾ ਨਹੀਂ ਸਮਝ ਆਉਂਦਾ ਹੈਗਾ। ਤਾਂ ਕੋਈ ਨਹੀਂ ਜੀ, ਥੈਂਕ ਯੂ। ਹਾਂਜੀ ਥੈਂਕ ਯੂ। ਹਾਂਜੀ ਜੁਝਾਰ ਜੀ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਖੁਦਾ ਹਾਫਿਜ਼, ਗੁੱਡ ਈਵਨਿੰਗ ਸਾਰਿਆਂ ਦਾ। ਬਹੁਤ ਬਹੁਤ ਥੈਂਕ ਯੂ ਹੈ। ਔਰ ਮੇਰੇ ਸਾਰੇ ਇੰਡੀਆ ਵਿੱਚ ਜਾਂ ਵਰਲਡ ਵਾਈਡ ਜਿਹੜੇ ਜ਼ੂਮ ਤੇ ਨੇ, ਸਭ ਦਾ ਥੈਂਕ ਯੂ ਹੈ। ਤੇ ਮੇਰੇ ਪਰਿਵਾਰ ਦਾ, ਖਾਸ ਤੌਰ ਤੇ ਮੇਰੀ ਵਾਈਫ, ਮੇਰੀ ਬੇਟੀ ਔਰ ਮੇਰੇ ਭਰਾ ਭਰਜਾਈ, ਸਿਸਟਰ ਵਗੈਰਾ, ਉਹਨਾਂ ਦਾ ਕਿ ਵੀ ਉਹ ਬਰਥਡੇ ਤੇ ਮੈਨੂੰ ਮਿਸ ਕਰ ਰਹੇ ਹੋਣਗੇ। ਅਸੀਂ ਸਾਰੇ ਘਰ ਬੈਠ ਕੇ ਕੀਰਤਨ ਕਰਦੇ ਹਾਂ, ਪਾਠ ਕਰਦੇ ਹਾਂ, ਤੇ ਉਹ ਸਾਰੇ ਮਿਸ ਕਰ ਰਹੇ ਹੋਣਗੇ। ਉਹਨਾਂ ਸਾਰਿਆਂ ਕੋਲ ਮੈਂ ਸੌਰੀ ਵੀ ਮੰਗਦਾ। ਸੋ ਸੁਖਵੰਤ ਕੌਰ, ਕੀਰਤਨ ਕੌਰ, ਜੋਗੀ ਮਾਲਾ, ਮੇਰੀ ਸਿਸਟਰ ਜੀਤ, ਭੋਲਾ ਭੈਣ, ਸਭ ਮੈਨੂੰ ਐਕਸਕਿਊਜ਼ ਕਰਨਗੇ ਕਿ ਆਮ ਸੌਰੀ ਕਿ ਮੈਂ ਉੱਥੇ ਪ੍ਰੈਜ਼ੈਂਟ ਨਹੀਂ ਹਾਂ। ਥੈਂਕ ਯੂ। ਥੈਂਕਸ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।